ਗੋਚਰ ਸਚ ਸਾਹਿਬ ਮੇਰਾ। ਨਾਨਕ ਬੁਲੇ ਬੁਲਾਇਆ ਤੇਰਾ। ਨਾਨਕ ਬੁਲੇ ਬੁਲਾਇਆ ਤੇਰਾ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਨਾਮ ਕਾਮ ਬਹੀਨ ਪੇਖਤ ਧਾਮ ਹੂਨ ਹੈ ਜਾਏ। ਨਾਮ ਕਾਮ ਬਹੀਨ ਪੇਖਤ ਧਾਮ ਹੂੰ ਨਹਿ ਜਾਹੇ। ਸਰਬ ਮਾਨ ਸਰਬਤਰ ਮਾਨ ਸदैव ਮਾਨਤ ਤਾਹੇ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਖੇਲ ਖੇਲ ਅਖੇਲ ਖੇਲਨ ਅੰਤ ਕੋ ਫਿਰ ਏਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਤੇ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਰਬ ਸਾਂਝੀ ਵਾਲਤਾ ਦੇ ਪੈਗੰਬਰ ਦੀਨ ਦੁਨੀਆ ਦੇ ਰਾਖੇ ਮਨੁੱਖਤਾ ਦੇ ਸਾਂਝੇ ਰਹਿਬਰ ਗੁਰਤਾ ਗੱਦੀ ਤੇ ਸਵਾਇਮਾਨ ਹਲਤ ਪਲਤ ਕੇ ਰੱਖਿਅਕ ਪਵਿੱਤਰ ਦਿਲਾਂ ਦੀ ਜਗਦੀ ਜੋਤ ਸਾਹਿਬੇ ਕਮਾਲ ਸਾਹਿਬੇ ਜਮਾਲ ਸਾਹਿਬੇ ਬਰਕਤ ਰੋਸ਼ਨੀ ਚਿਰਾਗ ਨੂਰੇ ਨਜ਼ਰ ਰਾਜਾਨ ਰਾਜ ਭਾਨਨ ਭਾਨ ਦੇਵਨ ਦੇਵ ਮਹਾਨ। ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ ਆਪ ਸਰਬੱਤ ਮਾਈ ਭਾਈ ਗੁਰਦੁਆਰਾ ਸਿੰਘ ਸ਼ਹੀਦਾਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਚ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਮਨੁੱਖਾ ਜੀਵਨ ਸਫਲ ਕਰ ਰਹੇ ਹੋ ਵਡਭਾਗੇ ਹੋ। ਸਤਿਗੁਰਾਂ ਦੀ ਰੱਬੀ ਬਖਸ਼ਿਸ਼ ਦੇ ਪਾਤਰ ਬਣੇ ਹੋ। ਬਹੁਤ ਹੀ ਪਿਆਰ ਨਾਲ ਆਪ ਜੀਆਂ ਨੇ ਇਲਾਹੀ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਪਰੰਤ ਸ਼੍ਰੀ ਜਾਪ ਸਾਹਿਬ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਉਸ ਪਾਵਨ ਪਵਿੱਤਰ ਬਾਣੀ ਦੇ ਗੁਰਮਤਿ ਸਿਧਾਂਤਾਂ ਨਾਲ ਜੁੜਨ ਦਾ ਸੁਭਾਗ ਸਮਾਂ ਵੀ ਸਾਨੂੰ ਪ੍ਰਾਪਤ ਹੋਇਆ। ਆਓ ਇਸ ਮਿਲੇ ਹੋਏ ਸਮੇਂ ਨੂੰ ਰਲ ਮਿਲ ਕੇ ਗੁਰੂ ਪਿਆਰ ਦੀਆਂ ਬਾਤਾਂ ਪਾ ਕੇ ਆਪਣੇ ਜੀਵਨ ਨੂੰ ਹੋਰ ਵੀ ਵਡਭਾਗਾ ਬਣਾਉਣ ਦਾ ਯਤਨ ਕਰੀਏ। ਕੋਸ਼ਿਸ਼ ਕਰਿਆ ਕਰੋ ਕਿ
पूर्ण टिकाव विच एकाग्रता विच बैठ के दसम पातशाह धन धन साहिब श्री गुरु गोबिंद सिंह साहब पातशाह जी का एक एक बचन साडे मन मंदिर तक पहुंचे, साडे जीवन की अगवाई करे, साडा जीवन सफल होवे। फायदा तां ही हुंदा है जदों असीं गुरु का बचन प्यार नाल ध्यान नाल सुणीए ते उस बचन नूं जीवन दे विच कमाउण दा भी यतन करिए। गाविया सुनिया तिन का हरथाए पवै, जिन सतगुर की आग्या सत सत कर मानी। उन्हां दा गाविया सुनिया प्रवान हुंदा है जिन्हां ने गुरु दे बचन नूं, गुरु दे हुक्म नूं, गुरु दे उपदेश नूं सत वचन करके मन्निया, सत करके जानिया ते अपने हिरदे विच वसाया। इसलिए गुरु कोल आए हां, असीं इत्थे नाम दी दात मंगणी है, क्योंकि सारा प्रताप नाम दा है। परमेश्वर दे नाम दी बरकत नाल ही ये सारे खंड, सारे ब्रह्मंड, सारे जीव जंतु पैदा होए और उन्हां दी परवरिश हो रही है। नाम के धारे खंड ब्रह्मंड, खंड एक टुकड़े नूं कहंदे आ, ब्रह्मंड अनेकां टुकड़ियां नूं। सारे उस नाम दी बरकत नाल ने। उस नामी दे नाम विच ताकत है, समर्था है। वो नामी नाम करके ही साडे विच वरत रहा है, संसार विच वरत रहा है, संसार नूं चला रहा है। इसलिए असीं उहदे नाम नाल जुड़ना है, उहदा नाम जपना है। इसलिए महाराज साहब कहते हैं गुरु कोल आके गुरु चरना च अरदास करनी है। ओहो दयाल नाम देहो मंगत जन को, सदा रहो रंग राता। कि सतगुरु असीं आउने आ, अरदास करते हैं, अरदास विच बड़ा कुछ मंगते हैं, पर अज तुसीं दयाल हो के अपने सेवकां नूं, अपने दासरियां नूं अपने पावन पवित्र नाम की दात बख्शिश करो, जिहदे नाल साडा जीवन सफल हो सके, साडा संसार ते आया सफल हो सके। सदा रहो रंग राता, सदा ही असीं उस नाम करके तुहाडे रंग विच रंगे रहिए। उठदे बहिंदे सौंदे जागदे तुहाडा नाम ना विसरे। तो सतगुरु जरूर बख्शिश करनगे जदों इहो जी भावना नाल असीं अरदास करके गुरु तो दात मंगांगे। जिस वेले तलवंडी की धरती ते धन गुरु नानक देव पातशाह ने भाई साहब भाई मरदाना जी की वजदी हुई रवाब सुनी, महाराज साहब भाई मरदाना जी कोल गए। महाराज कहते तेरी रवाब बड़ी सुर विच वज रही है, तू गा भी बहुत सुर विच रहा है, पर गा की रहा ये बड़ी ध्यान देने वाली गल है। भाई मरदाने ने कहा जी साडा तो पिता पुरख ही किता है,
ਅਸੀਂ ਵੱਡੇ ਲੋਕਾਂ ਦੇ ਘਰ ਅੱਗੇ ਉਹਨਾਂ ਦੇ ਦਰਾਂ ਤੇ ਜਾ ਕੇ ਰਬਾਬ ਵਜਾਉਂਦੇ ਆ, ਉਹਨਾਂ ਦੀ ਉਸਤਤ ਕਰਦੇ ਆ। ਮਿਰਾਸੀ, ਮਿਰਾਸੀ ਦਾ ਅਰਥ ਹੁੰਦਾ ਅਗਲੇ ਦੀ ਮਿਰਾਸ, ਮਤਲਬ ਕੁਰਸੀ ਨਾਮਾ ਉਹਦਾ ਯਾਦ ਰੱਖਣਾ, ਉਸ ਕੁਰਸੀ ਨਾਮੇ ਨੂੰ ਗਾ ਕੇ ਬਿਆਨ ਕਰਨਾ। ਭੱਟਾਂ ਦਾ ਵੀ ਕੰਮ ਇਹੀ ਸੀ। ਉਹ ਵੀ ਆਪ ਤੋਂ ਵੱਡਿਆਂ ਦੀ ਉਸਤਤ ਕਰਦੇ ਸਨ, ਪਰ ਜਦੋਂ ਭੱਟ ਗੁਰੂ ਕੋਲ ਆਏ ਉਹ ਗੁਰੂ ਦੀ ਉਸਤਤ ਵਿੱਚ ਜੁੜ ਗਏ। ਤੇ ਭਾਈ ਮਰਦਾਨਾ ਜੀ ਕਹਿੰਦੇ ਸੀ ਲੋਕਾਂ ਦੇ ਘਰਾਂ 'ਚ ਜਾਂਦੇ ਆ, ਉਹਨਾਂ ਦੇ ਦਰ ਤੇ ਖੜ ਕੇ ਉਹਨਾਂ ਦੀ ਉਸਤਤ, ਉਹਨਾਂ ਦੀ ਵਡਿਆਈ ਕਰਦੇ। ਪਾਤਸ਼ਾਹ ਕਹਿੰਦੇ ਕਿ ਸਾਰੀ ਜ਼ਿੰਦਗੀ ਲੋਕਾਂ ਦੀ ਵਡਿਆਈ ਕਰਦੇ ਰਹੋਗੇ? ਜੇ ਤੂੰ ਇਹ ਰਬਾਬ ਵਜਾ ਕੇ ਸੰਸਾਰੀ ਲੋਕਾਂ ਦੇ ਘਰਾਂ 'ਚ ਜਾ ਕੇ ਉਹਨਾਂ ਦੇ ਦਰ ਤੇ ਖੜ ਕੇ ਉਹਨਾਂ ਦੀ ਵਡਿਆਈ, ਉਹਨਾਂ ਦਾ ਯਸ਼ ਗਾਉਂਦਾ ਰਿਹਾ, ਤਾਂ ਇਹ ਤੈਨੂੰ ਸਾਰੀ ਜ਼ਿੰਦਗੀ ਮੰਗਤਾ ਬਣਾ ਕੇ ਰੱਖਣਗੇ। ਇਹ ਸੰਸਾਰ ਦੇ ਲੋਕਾਂ ਨੇ ਤੈਨੂੰ ਸਾਰੀ ਜ਼ਿੰਦਗੀ ਮੰਗਤਾ, ਤੈਨੂੰ ਭਿਖਾਰੀ ਬਣਾ ਕੇ ਰੱਖਣਾ। ਅਸੀਂ ਬਚਨ ਪੜ੍ਹਦੇ ਹਾਂ, ਹਮ ਭੀਖਕ ਭਿਖਾਰੀ ਤੇਰੇ, ਭਿਖਾਰੀ ਤਾਂ ਹਾਂ ਪਰ ਤੇਰੇ। ਇੱਥੇ ਸੰਸਾਰ ਦਾ ਭਿਖਾਰੀ ਬਣਿਆ ਹੋਇਆ, ਬੰਦਾ ਬੰਦੇ ਕੋਲੋਂ ਮੰਗਦੇ, ਪਰ ਅਸੀਂ ਤੇਰੇ ਦਰ ਦੇ ਭਿਖਾਰੀ ਹਾਂ। ਭਾਈ ਮਰਦਾਨਾ ਜੀ ਕਹਿੰਦੇ ਜੇ ਅਸੀਂ ਵੀ ਲੋਕਾਂ ਤੋਂ ਮੰਗਦੇ ਹਾਂ, ਉਹਨਾਂ ਦੀ ਵਡਿਆਈ ਕਰੀਦੀ ਆ, ਉਹਨਾਂ ਦਾ ਕੁਰਸੀਨਾਮਾ ਬਿਆਨ ਕਰੀਦਾ, ਉਹਨਾਂ ਦੇ ਚੰਗੇ ਕਿੱਸੇ ਸੁਣਾਈਦੇ ਆ, ਤੇ ਸਾਡਾ ਚਲੋ ਗੁਜ਼ਰਾਨ ਚੱਲਦਾ। ਕੋਈ 2 ਪੈਸੇ, ਕੋਈ 4 ਪੈਸੇ, ਕੋਈ ਟਕਾ, ਕੋਈ 2 ਟਕੇ ਦੇ ਦਿੰਦਾ। ਪਾਤਸ਼ਾਹ ਕਹਿੰਦੇ ਕਿ ਸਾਰੀ ਉਮਰ ਏਦਾਂ ਤੁਸੀਂ ਬੰਦਿਆਂ ਦੇ ਭਿਖਾਰੀ ਬਣ ਕੇ ਰਹੋਗੇ, ਫਿਰ ਕੀ ਕਰੀਏ? ਮਹਾਰਾਜ ਸਾਹਿਬ ਕਹਿੰਦੇ ਮੇਰੇ ਨਾਲ ਚੱਲ, ਮੇਰੇ ਨਾਲ ਚੱਲ, ਤੂੰ ਰਬਾਬ ਵਜਾਈ, ਮੈਂ ਤੈਨੂੰ ਪਰਮਾਤਮਾ ਦੀ ਸਿਫਤ ਦੇ ਬੋਲ ਦਿਆਂਗਾ, ਮੈਂ ਤੈਨੂੰ ਉਸ ਨਿਰੰਕਾਰ ਦੇ ਰੱਬੀ ਬੋਲ ਦਿਆਂਗਾ, ਉਸ ਕਰਤਾਰ ਦੀ ਸਿਫਤ ਉਚਾਰੇ ਹੋਏ ਬੋਲ ਦਿਆਂਗਾ। ਤੂੰ ਇਸ ਰਬਾਬ ਨਾਲ ਮਿਲਾ ਕੇ, ਰਾਗ ਨਾਲ ਮਿਲਾ ਕੇ ਉਹ ਸ਼ਬਦ ਗਾਈ, ਮੈਂ ਤੈਨੂੰ ਉਸ ਮਾਲਕ ਦਾ ਭਿਖਾਰੀ ਬਣਾਉਣਾ, ਮੈਂ ਤੈਨੂੰ ਉਸ ਕਰਤਾਰ ਦਾ ਭਿਖਾਰੀ ਬਣਾਉਣਾ, ਜਿਹਦੇ ਕੋਲੋਂ ਇੱਕ ਵਾਰ ਮੰਗ ਕੇ ਕਿਸੇ ਹੋਰ ਕੋਲੋਂ ਮੰਗਣ ਦੀ ਲੋੜ ਨਹੀਂ। ਤੂੰ ਚੱਲ ਮੇਰੇ ਨਾਲ। ਭਾਈ ਮਰਦਾਨੇ ਨੇ ਕਿਹਾ ਜੀ ਲੋਕਾਂ ਦੇ ਘਰਾਂ 'ਚ ਰਬਾਬ ਵਜਾਈਦੀ ਆ, ਪੈਸੇ ਮਿਲਦੇ ਆ, ਰਾਸ਼ਨ ਪਾਣੀ ਮਿਲਦਾ, ਕੱਪੜੇ ਮਿਲਦੇ, ਤੁਸੀਂ ਕੀ ਦਿਓਗੇ? ਕਰਤਾਰ ਦੇ ਨਾਮ ਦੀ ਰਬਾਬ ਵੱਜੇ, ਉਹਦੀ ਸਿਫਤ ਕਰਾਂ, ਅੱਲਾਹ ਤਾਲਾ ਦੀ ਸਿਫਤ ਕਰਾਂ, ਫਿਰ ਕੀ ਮਿਲੇਗਾ? ਮਹਾਰਾਜ ਸਾਹਿਬ ਕਹਿੰਦੇ ਲੋਕ ਪਰਲੋਕ ਤੇਰਾ ਦੋਹੀਂ ਥਾਈਂ ਭਲਾ ਹੋਵੇਗਾ। ਜਦੋਂ ਉਹਦੀ ਯਾਦ ਵਿੱਚ ਰਬਾਬ ਵਜਾਏਗਾ ਨਾ, ਲੋਕ ਪਰਲੋਕ ਦੋਹੀਂ ਥਾਈਂ ਭਲਾ ਹੋਏਗਾ। ਤੇਰੇ ਪਰਿਵਾਰ ਦਾ ਭਲਾ ਹੋਏਗਾ, ਤੇਰੀ ਕੁਲ ਦਾ ਭਲਾ ਹੋਏਗਾ, ਤੇਰੇ ਖਾਨਦਾਨ ਦਾ ਭਲਾ ਹੋਏਗਾ। ਤੂੰ ਗਾ ਕੇ ਤਾਂ ਵੇਖ। ਭਾਈ ਮਰਦਾਨਾ ਧੰਨ ਸੀ ਜਿਹਨੇ ਇੱਕ ਵਾਰ ਕਹਿਣ ਤੇ ਕਿਹਾ ਸਤ ਬਚਨ, ਚਲੋ ਆਪਾਂ ਅੱਜ ਤੋਂ ਬਾਅਦ ਉਸ ਰੱਬ ਦੀ ਸਿਫਤ ਰਬਾਬ ਵਜਾਵਾਂ। ਮਹਾਰਾਜ ਕਹਿੰਦੇ ਪਰ ਆ ਰਬਾਬ ਇਹ ਨਹੀਂ ਨਾਲ ਲੈ ਕੇ ਜਾਣੀ। ਕਿਉਂ ਜੀ, ਇਹਨੂੰ ਕੀ ਹੋਇਆ? ਮਹਾਰਾਜ ਕਹਿੰਦੇ ਇਹ ਚੰਗੀ ਨਹੀਂ। ਕਹਿੰਦਾ ਪਾਤਸ਼ਾਹ ਹੁਣ ਤੱਕ ਮੈਂ ਇਹੀ ਵਜਾਈ ਆ, ਤੇ ਇਹੀ ਰਬਾਬ ਸੁਣ ਕੇ ਤੁਸੀਂ ਮੇਰੇ ਕੋਲ ਆਏ ਹੋ। ਜੇ ਚੰਗੀ ਲੱਗੀ ਤਾਂ ਹੀ ਆਏ ਨਾ, ਫਿਰ ਹੁਣ ਇਹਦੇ ਵਿੱਚ ਇਹੋ ਜਿਹਾ ਕੀ ਆ ਜਿਹੜਾ ਤੁਹਾਨੂੰ ਚੰਗਾ ਨਹੀਂ ਲੱਗ ਰਿਹਾ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਚੰਗੀ ਇਸ ਕਰਕੇ ਨਹੀਂ ਕਿਉਂਕਿ ਹੁਣ ਤੱਕ ਇਹ ਰਬਾਬ ਨੇ ਲੋਕਾਂ ਦੇ ਘਰਾਂ 'ਚ ਜਾ ਕੇ ਮੰਗਿਆ। ਇਹ ਰਬਾਬ ਤੂੰ ਲੋਕਾਂ ਦੇ ਦਰਾਂ ਤੇ ਜਾ ਕੇ ਵਜਾਈ, ਤੂੰ ਦੁਨੀਆ ਅੱਗੇ ਝੋਲੀ ਅੱਡੀ, ਤੇ ਇਸ ਲਈ ਇਹ ਰਬਾਬ ਚੰਗੀ ਨਹੀਂ ਰਹੀ। ਜਾਂ ਉਹ 2 ਨਦੀਆਂ ਦੇ ਵਿਚਕਾਰ ਇੱਕ ਪਿੰਡ ਹੈ ਆਸ਼ਕਪੁਰਾ, ਸੁਲਤਾਨਪੁਰ ਲੋਧੀ ਦੇ ਕੋਲ, ਭੈਰੋਵਾਣਾ ਪਿੰਡ ਵੀ ਕਿਹਾ, ਉੱਥੇ ਭਾਈ ਫਰੰਦਾ ਰਹਿੰਦਾ ਹੈ। ਬੇਬੇ ਨਾਨਕੀ ਤੋਂ ਪੈਸੇ ਲੈ ਕੇ ਜਾਈ, ਉਹਦੇ ਕੋਲੋਂ ਰਬਾਬ ਲੈ ਕੇ ਆ, ਤੇ ਉਹਨੂੰ ਕਹੀਂ ਮੈਂ ਗੁਰੂ ਨਾਨਕ ਸਾਹਿਬ ਨਾਲ ਵਜਾਉਣੀ, ਮੈਂ ਰੱਬ ਦੀ ਸਿਫਤ 'ਚ ਵਜਾਉਣੀ ਆ। ਭਾਈ ਮਰਦਾਨਾ ਪੈਸੇ ਲੈ ਕੇ ਗਏ। ਜਦੋਂ ਭਾਈ ਫਰੰਦੇ ਨੂੰ ਕਿਹਾ ਰਬਾਬ ਦੇ, ਉਹਨੇ ਰਬਾਬ ਬੜੀ ਸੋਹਣੀ ਵਿਖਾਈ, ਬੜੀ ਕਮਾਲ ਦੀ ਵਿਖਾਈ, ਤੇ ਉਹਨੇ ਪੁੱਛਿਆ ਆਇਆ ਕਿੱਥੋਂ ਹੈ? ਉਹਨੇ ਕਿਹਾ ਜੀ ਮੈਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਚਰਨਾਂ 'ਚੋਂ ਆਇਆ। ਉਹਨੇ ਬੜਾ ਸਤਿਕਾਰ, ਬੜਾ ਪਿਆਰ, ਇੰਨਾ ਚਾਹ ਚੜਿਆ ਭਾਈ ਫਰੰਦੇ ਨੂੰ, ਤੇ ਨਾਲ ਉਹਨੇ ਜਦੋਂ ਰਬਾਬ ਲਿਆ ਕੇ ਅੰਦਰੋਂ ਦਿਖਾਈ, ਤੇ ਨਾਲ ਪੁੱਛ ਲਿਆ ਵੀ ਭੇਟਾ ਲੈ ਕੇ ਆਇਆ? ਭਾਈ ਮਰਦਾਨਾ ਕਹਿੰਦਾ ਵੀ ਦੇਖੋ ਉਹਦਾ ਮੇਰੀ ਕਿੰਨੀ ਆਓ ਭਗਤ ਕੀਤੀ, ਤੇ ਇੱਕ ਪਾਸੇ ਲਾਲਚ ਕਿੰਨਾ। ਗੁਰੂ ਨਾਨਕ ਸਾਹਿਬ ਦੇ ਨਾਂ ਕਰਕੇ ਮੇਰਾ ਸਤਿਕਾਰ ਵੀ ਬੜਾ ਕੀਤਾ,
ਤੇ ਨਾਲ ਲਾਲਚ ਕਿੱਡਾ ਖੜਾ। ਪਹਿਲਾਂ ਹੀ ਪੁੱਛ ਲਿਆ ਭੇਟਾ, ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਪਤਾ ਸੀ ਇਹਦਾ ਵੀ ਇਹ ਲਾਲਚੀ ਬੰਦਾ, ਤਾਂ ਹੀ ਮੈਨੂੰ ਪੈਸੇ ਦੇ ਕੇ ਭੇਜਿਆ। ਉਹ ਕਹਿੰਦਾ ਲੈ ਕੇ ਆਇਆ। ਭਾਈ ਫਰੰਦੇ ਨੇ ਅੰਦਰੋਂ ਰਵਾਬ ਜਿਹੜੀ ਇੰਨੀ ਰੂਹ ਨਾਲ, ਪਤਾ ਨਹੀਂ ਕਿਸ ਰੂਹ ਨਾਲ ਉਹ ਰਵਾਬ ਬਣੀ ਹੋਏਗੀ, ਜਿਹੜੀ ਫਿਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ 47 ਸਾਲ ਵੱਜੀ। ਉਹ ਰਵਾਬ ਕਿਵੇਂ ਦੀ ਹੋਏਗੀ, ਅੰਦਾਜ਼ਾ ਲਾ ਕੇ ਵੇਖੋ। ਜਿਸ ਰਵਾਬ ਨੇ ਜਿੱਥੇ ਜਿੱਥੇ ਵੱਜੀ, ਕੌਡੇ ਰਾਖਸ਼ ਨੇ ਉਹੀ ਰਵਾਬ ਸੁਣੀ ਸੀ, ਭੂਮੀਏ ਚੋਰ ਨੇ ਵੀ ਉਹੀ ਰਵਾਬ ਸੁਣੀ, ਸੱਜਣ ਠੱਗ ਨੇ ਵੀ ਉਹੀ ਰਵਾਬ ਸੁਣੀ, ਨੂਰ ਸ਼ਾਹ ਜਾਦੂਗਰਨੀ ਨੇ ਵੀ ਉਹੀ ਰਵਾਬ ਸੁਣੀ। ਗੜ ਬਗਦਾਦ ਨਵਾਏ ਕੈ, ਮੱਕਾ ਮਦੀਨਾ ਸਭੇ ਨਵਾਇਆ। ਬਗਦਾਦ ਦੇ ਪੀਰਾਂ ਨੇ, ਮੱਕੇ ਮਦੀਨੇ ਦੀ ਉੱਥੋਂ ਦੇ ਕਾਜ਼ੀਆਂ ਹਾਜੀਆਂ ਨੇ ਉਹੀ ਰਵਾਬ ਸੁਣੀ ਸੀ। ਫਿਰ ਜਿਹਨੇ ਸੁਣੀ ਹੋਇਆ ਪਾਰ ਰਿਹਾ, ਆਉਣ ਨਾ ਜਾਣਾ ਜੀ। ਜਿਹਨੇ ਵੀ ਉਹ ਰਵਾਬ ਸੁਣੀ, ਆਉਣ ਜਾਣ ਦਾ ਚੱਕਰ ਹੀ ਖਤਮ ਹੋ ਗਿਆ ਉਹਦਾ। ਭਾਈ ਫਰੰਦੇ ਨੇ ਕਿਹਾ ਆਹ ਲਓ ਰਵਾਬ, ਬੜੇ ਸਤਿਕਾਰ ਨਾਲ ਪੈਰਾਂ 'ਚੋਂ ਜੋੜੇ ਲਾ ਕੇ ਬੜੇ ਅਦਬ ਨਾਲ ਰਵਾਬ ਦਿੱਤੀ। ਉਹਨੇ ਕਿਹਾ ਜੀ ਭੇਟਾ ਦੱਸੋ ਕਿੰਨੇ ਦਿਆਂ? ਮੇਰੇ ਬਾਬੇ ਨੇ ਮੈਨੂੰ ਪੈਸੇ ਦੇ ਕੇ ਭੇਜਿਆ। ਹੁਣ ਸੁਣਿਓ ਭਾਈ ਫਰੰਦੇ ਦਾ ਜਵਾਬ। ਗੁਰੂ ਨਾਨਕ ਸਾਹਿਬ ਨੇ ਐਵੇਂ ਨਹੀਂ ਭੇਜਿਆ ਉੱਥੇ। ਇਹ ਮੈਂ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਨਾਲ ਹੀ ਸਾਰੀਆਂ ਅਰਸ਼ੋਂ ਰੂਹਾਂ ਉਤਰੀਆਂ। ਕੈਸੇ ਜੁੜ ਰਹੇ ਆ। ਭਾਈ ਫਰੰਦਾ ਕਹਿੰਦਾ ਮਰਦਾਨਿਆ ਇਹਦੀ ਭੇਟਾ ਸੁਣ ਲਾ ਕੀ ਹੈ। ਤੇਰਾ ਕੰਮ ਹੈ, ਤੂੰ ਰਵਾਬ ਕਈ ਵਾਰ ਲੋਕਾਂ ਦੇ ਬੂਹੇ ਤੇ ਵਜਾਉਣਾ ਹੈ। ਤੈਨੂੰ ਕੋਈ ਥੋੜੇ ਬਹੁਤੇ ਪੈਸੇ ਦੇ ਦਿੰਦਾ, ਕੋਈ ਕੱਪੜਾ, ਕੋਈ ਰਾਸ਼ਨ ਦੇ ਦਿੰਦਾ ਹੈ, ਤੇ ਤੂੰ ਆਮ ਬੰਦਿਆਂ ਦੀ ਉਸਤਤ ਗਾਉਣਾ ਹੈ, ਆਮ ਲੋਕਾਂ ਦੀ ਉਸਤਤ ਕਰਦਾ ਹੈ, ਦੁਨੀਆਦਾਰਾਂ ਦੀ ਉਸਤਤ ਕਰਦਾ ਹੈ। ਇਹ ਤੇਰਾ ਪਿਤਾ ਪੁਰਖੀ ਕੀਤਾ ਹੈ। ਪਰ ਆਹ ਰਵਾਬ ਦੀ ਭੇਟਾ ਸੁਣ ਲੈ ਕੀ ਹੈ। ਜਿਹੜੀ ਰਵਾਬ ਦੇਣ ਲੱਗਿਆ, ਅੱਜ ਤੋਂ ਬਾਅਦ ਜਦੋਂ ਵੀ ਵਜਾਵੇਂ, ਇਹਨੂੰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਵਜਾਈ, ਗੁਰੂ ਨਾਨਕ ਸਾਹਿਬ ਦੇ ਦਰ ਤੇ ਵਜਾਈ। ਜਦੋਂ ਵਜਾਵੇਂ ਪਰਮਾਤਮਾ ਦੀ ਸਿਫਤ ਵਿੱਚ ਵਜਾਈ। ਮੈਂ ਸਮਝਾਂਗਾ ਦੀ ਭੇਟਾ ਆ ਗਈ। ਇਹ ਰਵਾਬ ਕਿਸੇ ਬੰਦੇ ਦੇ ਅੱਗੇ ਨਾ ਵਜਾਉਣ ਲੱਗ ਜਾਈ, ਕਿਸੇ ਦੁਨੀਆਦਾਰ ਦੇ ਅੱਗੇ ਵਜਾ ਕੇ ਕਿਸੇ ਤੋਂ ਕੁਝ ਮੰਗਣ ਨਾ ਲੱਗ ਜਾਏ। ਇਹ ਰਵਾਬ ਮੇਰੇ ਅੱਲਾਹ ਤਾਲਾ ਖੁਦਾਵੰਦ ਪਰਮਾਤਮਾ ਦੀ ਸਿਫਤ ਵਿੱਚ ਵਜਾਈ, ਔਰ ਜੋ ਤੈਨੂੰ ਚਾਹੀਦਾ ਹੋਇਆ ਮੇਰੇ ਕਰਤਾਰ ਤੋਂ ਮੰਗੀ, ਤੈਨੂੰ ਕਮੀ ਕੋਈ ਨਹੀਂ ਰਹਿਣ ਦੇਗਾ। ਮੈਂ ਜਿਹੜੀ ਬੇਨਤੀ ਕਰ ਰਿਹਾ ਸੀ, ਗੁਰੂ ਕੋਲ ਆਇਆ ਮੰਗਣਾ ਕੀ ਹੈ, ਗੁਰੂ ਫਿਰ ਦਿੰਦਾ ਕੀ ਹੈ, ਤਰੁੱਠ ਕੇ ਕੀ ਦਿੰਦਾ। ਭਾਈ ਮਰਦਾਨੇ ਤੇ ਉਹਦੀ ਰਵਾਬ ਸੁਣ ਕੇ ਖੁਸ਼ ਹੋਏ ਤੇ ਦਿੱਤਾ ਕੀ? ਕੀਰਤਨ, ਪਰਮਾਤਮਾ ਦੀ ਕੀਰਤੀ, ਪਰਮਾਤਮਾ ਦੀ ਸਿਫਤ। ਉਹ ਸਿਫਤ ਦਿੱਤੀ ਜਿਹੜੀ ਸਿਫਤ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਬਣਾਉਣ ਵਾਲੀ ਸਿਫਤ ਦਿੱਤੀ। ਉਹ ਨਾਮ ਦਿੱਤਾ ਜਿਸ ਨਾਮ ਨੇ ਭਾਈ ਮਰਦਾਨੇ ਨੂੰ ਬ੍ਰਹਮ ਗਿਆਨੀ ਬਣਾ ਦਿੱਤਾ। ਉਹ ਨਾਮ ਦਿੱਤਾ ਜਿਹੜਾ ਨਾਮ ਭਾਈ ਮਰਦਾਨੇ ਨੂੰ ਪਰਮਾਤਮਾ 'ਚ ਅਭੇਦ ਕਰ ਗਿਆ। ਔਰ ਜਿਸ ਦਿਨ ਉਹ ਨਾਮ ਦੀ ਦਾਤ ਝੋਲੀ ਵਿੱਚ ਪਾਈ ਗਈ, ਉਸ ਤੋਂ ਬਾਅਦ ਭਾਈ ਮਰਦਾਨੇ ਨੇ ਕਦੇ ਕਿਸੇ ਬੰਦੇ ਅੱਗੇ ਹੱਥ ਨਹੀਂ ਸੀ ਅੱਡੇ, ਕਿਸੇ ਬੰਦੇ ਦੇ ਅੱਗੇ ਝੋਲੀ ਨਹੀਂ ਅੱਡੀ। ਅੱਜ ਕਿਉਂਕਿ ਨਾਮ ਦੀ ਦਾਤ ਮਿਲ ਗਈ, ਇਸ ਲਈ ਮਹਾਰਾਜ ਦੇ ਚਰਨਾਂ 'ਚ ਕਹੋ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਅਸੀਂ ਤੇਰੇ ਦਰ ਦੇ ਭਿਖਾਰੀ ਬਣ ਕੇ ਆਇਆ। ਅਕਾਲ ਪੁਰਖ ਤੂੰ ਨਿਜ ਪਤ, ਆਪਣੇ ਆਪ ਦਾ ਮਾਲਕ ਹੈ, ਤੂੰ ਸੁਤੰਤਰ ਹੈ। ਤੂੰ ਆਪਣੀ ਮਰਜ਼ੀ ਨਾਲ ਜਿਹਨੂੰ ਦੇਣਾ ਦੇ ਦਿੰਦਾ, ਜਿੰਨਾ ਮਰਜ਼ੀ ਦੇ ਸਕਦਾ, ਤੈਨੂੰ ਕਿਸੇ ਤੋਂ ਪੁੱਛਣਾ ਨਹੀਂ ਪੈਂਦਾ। ਤੂੰ ਆਪਣੇ ਖਜ਼ਾਨਿਆਂ ਦਾ ਆਪ ਮਾਲਕ ਹੈ। ਇਸ ਲਈ ਅਸੀਂ ਤੇਰੇ ਦਰ ਦੇ ਭਿਖਾਰੀ ਬਣਿਆ। ਕਿਸੇ ਬੰਦੇ ਨੂੰ ਮੰਗੀਏ, ਪਹਿਲਾਂ ਕਹਿੰਦਾ ਮੈਂ ਘਰੇ ਸਲਾਹ ਕਰਦਾ, ਮੈਂ ਵੱਡੇ ਨੂੰ ਪੁੱਛਦਾ, ਮੈਂ ਛੋਟੇ ਨੂੰ ਪੁੱਛਦਾ, ਮੈਂ ਕਿੰਨਾ ਕੁ ਦੇਣਾ, ਮੈਂ ਕਿੰਨਾ ਕੁ ਨਹੀਂ ਦੇਣਾ। ਪਰ ਤੂੰ ਤਾਂ ਕਿਸੇ ਨੂੰ ਪੁੱਛਣਾ ਹੀ ਨਹੀਂ ਨਾ। ਹੋ ਸਕਦਾ ਮੇਰੀ ਝੋਲੀ ਛੋਟੀ ਰਹਿ ਜਾਏ, ਪਰ ਇੰਨੀਆਂ ਦਾਤਾਂ ਦੇਣ ਵਾਲੇ ਪਾਤਸ਼ਾਹ ਅੱਜ ਇੱਕ ਕਿਰਪਾ ਹੋਰ ਕਰ ਦਿਓ। ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ, ਸਦਾ ਰਹੋ ਰੰਗ ਰਾਤਾ। ਅੱਜ ਦਿਆਲ ਹੋ ਕੇ ਮੈਨੂੰ ਨਾਮ ਦੀ ਦਾਤ ਦੇ ਦਿਓ, ਜਿਹਦੇ ਨਾਲ ਮੇਰਾ ਜੀਵਨ ਸਫਲ ਹੋ ਜਾਏ, ਜਿਹਦੇ ਨਾਲ ਮੇਰੇ ਜੀਵਨ ਦਾ ਬੇੜਾ ਬੰਨੇ ਲੱਗ ਜਾਏ, ਮੇਰਾ ਦੁਨੀਆ ਤੇ ਆਇਆ ਸਫਲ, ਮੇਰਾ ਲੋਕ ਪਰਲੋਕ ਸਵਰੇ, ਮੇਰਾ ਇਹਾਂ ਤੇ ਉਹਾਂ ਦੋਈ ਥਾਈਂ ਭਲਾ ਹੋ ਜਾਏ। ਮੈਨੂੰ ਉਹ ਨਾਮ ਦੇ ਦਿਓ ਜਿਹੜਾ ਭਾਈ ਮਰਦਾਨੇ ਨੂੰ ਦਿੱਤਾ। ਮੈਨੂੰ ਉਹ ਨਾਮ ਦੇ ਦਿਓ ਜਿਹੜਾ ਸੱਜਣ ਠੱਗ ਨੂੰ ਦਿੱਤਾ। ਮੈਨੂੰ ਉਹ ਨਾਮ ਦੇ ਦਿਓ ਜਿਹੜਾ ਕੌਡੇ ਰਾਖਸ਼ ਨੂੰ ਦਿੱਤਾ। ਮੈਨੂੰ ਉਹ ਨਾਮ ਦੇ ਦਿਓ ਜਿਹੜਾ ਭੂਮੀਏ ਚੋਰ ਨੂੰ ਦਿੱਤਾ। ਮੈਨੂੰ ਉਹ ਨਾਮ ਦੇ ਦਿਓ ਜਿਹੜਾ ਵਲੀ ਕੰਧਾਰੀ ਨੂੰ ਦਿੱਤਾ, ਨੂਰ ਸ਼ਾਹ ਜਾਦੂਗਰਨੀ ਨੂੰ ਦਿੱਤਾ। ਉਸ ਨਾਮ ਦੀ ਬਰਕਤ ਨਾਲ ਤੁਸੀਂ ਪਤਾ ਹੀ ਨਹੀਂ ਅਣਗਿਣਤ ਲੋਕਾਂ ਦਾ ਭਲਾ ਕਰ ਦਿੱਤਾ। ਅੱਜ ਉਹ ਨਾਮ ਦੀ ਦਾਤ ਸਾਡੀ ਝੋਲੀ ਵੀ ਪਾ ਦਿਓ। ਅਜੇ ਦਾਤ ਮੰਗਿਓ, ਸਤਿਗੁਰੂ ਜ਼ਰੂਰ ਕਿਰਪਾ ਕਰਨਗੇ। ਆਓ ਉਸ ਪਰਮਾਤਮਾ ਦੇ, ਜਿਸ ਪਰਮਾਤਮਾ ਦੇ ਨਾਮ ਦੀਆਂ ਆਪਾਂ ਗੱਲਾਂ ਕਰ ਰਹੇ ਹਾਂ,
जिस परमात्मा के नाम की वडियाई उस्तत कर रहे हैं, उस परमात्मा के होर गुणों का भी जिक्र करिए। धन गुरु गोबिंद सिंह साहब पातशाह रहमत करके उस परमात्मा का स्वरूप साडे सामने रख रहे हैं। महाराज साहब के सुरवाल छंद दे विच अज उस रब्बी परमात्मा की सिफत विच उन्होंने बचन कहे ने, नाम काम बहीन पेखत धाम हूं नह जाए। परमात्मा का भाई एक नाम नहीं है, ते जाप साहब है। मैं अगे भी कई बार बेनती की है, ते बड़े शब्द जिहड़े वार वार आउंदे आ। जाप विच जाप हुंदा ही हुआ जिथे पुनरुक्ति होवे, वार वार कहा जाए। नाम काम परमात्मा का एक कोई वखरा विशेष नाम नहीं, और अणगिणत उहदे नाम ने। कोई नाम लैके भी उन्होंने याद करो, वो बख्शिश करता है। आप राम कहना चाहते हैं, राम को वाहिगुरु किसी ने कहना वाहिगुरु। कोई जबरदस्ती नहीं है कि तू फलाना तू आही नाम जप सकदा ते फिर उन्हें मिलना, नहीं। जेड़ा मन विच वस जाए, जिथे तेरा ध्यान, कोई ओम शब्द कह रहा, कोई ओम नमः शिवाय वाहे कह रहा, कोई अल्लाह कह रहा, कोई गॉड कह रहा, कोई राम, कोई खुदा, कोई कुछ सारे उस मिलन वास्ते ये यत्न कर दिया। कोई बोले राम राम, कोई खुदाए, कोई सेवा गुसैया, कोई अल्लाह कारण करण करीम कृपा तार रही। भगत नामदेव जी तो बीठल कह रहे हैं, रब नूं बीठल कह रहे। हुण बीठल नाम किसी ने नहीं सुनिया होना परमात्मा का, महाराष्ट्र की बोली। तो महाराज कहते हैं गुरमत ने कोई इदां दी पाबंदी नहीं लाई, कोई राम कहे कोई अल्लाह कहे, सारियां दे धर्म मुबारक होण। जेड़ा जिहदा भी जेड़ा धर्म है, उस धर्म मुताबिक जेड़ा उहनूं परमेश्वर दा नाम उहदे अवतारी पुरुषां वल्लों उहनां नूं मिलिया, उहनां दे मोढियां वल्लों उहनां नूं मिलिया, उस नाम नूं जपो। मसला जपण दा। नाम सारे चंगे ने, तेरे नाम अनेका रूप अनंता, तेरे रूप भी बहुत, तेरे नाम भी बहुत। असी जप किन्ना करे हैं, बाणियां 5 बाणियां भावें 3। अज इन्हां चक्रां विचों भी बाहर आउण दी लोड़ है। मसला बाणी पढ़न दा है। जे असी पढ़दे नहीं, फिर ना 3 दा मसला है, ना कोई 5 दा मसला है। गल तो जपण नाल बनेगी, गल पढ़न नाल बनेगी, गल सुनन नाल बनेगी, गल शब्द अंदर ले जाण नाल बनेगी। जे अंदर नहीं लेके जा रहे, बाहरों सवालों जवाबां च उलझे पए हैं, हले तुर ही नहीं रहे, हले रास्ते ही पुछ रहे हैं। ते भाई गुरदास साहब का बचन तुसीं बड़ी यार सुनिया, पूछत पथक तह मार्ग न धारे पग, प्रीतम के देश कैसे बातन से हो जाइए। कलियां गल्लां नाल तां पहुंचा नहीं जाना, तुरना पएगा। सफर पहला कदम तू आप पुट, फिर अगे गुरु तेरी मदद करेगा। उद्यम तू कर। गुरु साहब कहते कोई गल नहीं, जिथे लोड़ है मैं तेरे नाल, गुर मेरा संग सदा है नाले। सो सतगुर प्यारा मेरे नाल है, जिथे किथे मैनू ले छड़ाई। पर शुरू तो करना, हले तू राही पुछ रहा, हले तुरिया नहीं। गल जिस दिन तुरेगा मंजिल भी नेड़े आ जाएगी। कर्म जोगी फिर जदों असी कर्म बीजना, ये बीज बीजना, फिर काल नहीं करनी। मैं अगे भी कई बार बेनती की थी, कर्म जोगी कृष्ण भगवान ने अर्जन नूं कहा सी, अर्जन कर्म करना तेरा काम है, फल लाउणा मेरा काम। तू आप ही कर्म करे, आप ही बीज बीजे, ते आप ही कहे मैं फल भी ला ला, ये तेरा काम नहीं है, मेरा काम है। तू कर्म कर, तू बीज बीज, जदों रुत सुहावनी आई आपां फल भी ला देंगे। फल बड़ा देख के लगना। ये कोई संसारक खेतियां नहीं कि किसी को 6 महीनों बाद, किसी को साल बाद, किसी को कोई बागां दे जिहड़े बूटे ने 4-5 साल बाद चलते हैं। फलदार बूटियां नूं कई साल लग जाते हैं। इत्थे तां 1 मिनट सेकंड विच भी सब कुछ हो सकता है, इत्थे उमरां भी लग जांदियां ने, इत्थे उमरां भी लग जांदियां। कई बार अंतले साह ते जाके, जिवें अजामल पापी वर्गियां दा जिक्र आया, अंत वेले जाके किते परमात्मा नाल सांझ पई। इत्थे कई बार अंतला साह भी सांझ पवा जांदा है। फल लाउणा साडा काम नहीं है, साडा काम है मेहनत, कर्म बीजना, बीज बीजना, कर्म करना। ये गुरु साहब ने वेखना, जिवें जिवें मन की मैल उतरती जाएगी, गुरु नाल नेड़ता, परमात्मा नाल नेड़ता बनती जाएगी, मन स्वच्छ, मन निर्मल, मन उजला हुंदा जाएगा, बख्शिश भी हो जाएगी। तो महाराज साहब कहते हैं भाई, नाम जेड़ा तेनों चंगा लगता, जेड़ा तेरा धर्म आग्या दे रहा है, वो नाम जप। लेकिन जप नामां च ही ना उलझिया रह भी नाम केड़ा जपना, कदों जपना, किन्ने बजे जपना, किन्ना टाइम जपना। 24 घंटियां च जदों तेनों सौखा लग रहा उदों जप लै।
ਇਹ ਨਾ ਸੋਚੀ ਕਿ ਅੱਜ ਮੈਂ ਲੇਟ ਹੋ ਗਿਆ, ਅੰਮ੍ਰਿਤ ਵੇਲੇ ਉੱਠਿਆ ਨਹੀਂ ਗਿਆ, ਹੁਣ ਚਲੋ ਕੱਲ ਹੀ ਸਹੀ। ਰੋਟੀ ਜੇ ਆਪਾਂ ਲੇਟ ਹੋ ਜੇ, ਇਹ ਤਾਂ ਨਹੀਂ ਨਾ ਕਹਿੰਦੇ ਵੀ ਕੱਲ ਹੀ ਖਾ ਲਾਂਗੇ, ਲੇਟ ਹੋ ਜੇ ਤਾਂ ਵੀ ਖਾ ਲਈਦੀ ਆ। ਸਾਡਾ ਬ੍ਰੇਕਫਾਸਟ, ਸਾਡਾ ਲੰਚ, ਸਾਡਾ ਡਿਨਰ ਲੇਟ ਹੋਵੇ, ਭਾਵੇਂ ਰਾਤ ਦੇ 12-1 ਵੱਜ ਜਾਣ, ਫਿਰ ਵੀ ਅਸੀਂ ਖਾਂਦੇ ਆ। ਫਿਰ ਨਿਤਨੇਮ ਲਈ ਇਹ ਗੱਲ ਕਿਉਂ ਆ ਜਾਂਦੀ ਆ ਵੀ ਅੱਜ ਰਹਿ ਗਿਆ, ਚਲੋ ਕੱਲ ਹੀ ਸਹੀ, ਅੱਜ ਮੈਂ ਲੇਟ ਹੋ ਗਿਆ, ਚਲੋ ਫੇਰ ਜਪ ਲਾਂਗੇ, ਫੇਰ ਕਰ ਲਾਂਗੇ। ਨਹੀਂ ਭਾਈ, ਜਦੋਂ ਤੂੰ ਆਪਣੇ ਤਨ ਦੀ ਲੋੜ ਵੇਲੇ ਕਵੇਲੇ ਵੀ ਪੂਰੀ ਕਰਦਾ, ਫਿਰ ਮਨ ਨੂੰ ਖੁਰਾਕ ਵੀ ਭਾਵੇਂ ਵੇਲੇ ਕਵੇਲੇ ਦੇ ਤਾਂ ਸਹੀ। ਇਹਦੀ ਖੁਰਾਕ ਹੈ ਪ੍ਰਮਾਤਮਾ ਦਾ ਸਿਮਰਨ, ਮਨ ਦੀ ਖੁਰਾਕ ਹੈ ਗੁਰਬਾਣੀ। ਇਸ ਮਨ ਨੇ ਰਜਣਾ ਬਾਣੀ ਦੇ ਨਾਲ, ਨਾਮ ਦੇ ਨਾਲ। ਜਿਵੇਂ ਭਾਈ ਬੂੜੇ ਨੇ ਕਿਹਾ, ਪਾਤਸ਼ਾਹ ਕੋਈ ਇਹੋ ਜਿਹੀ ਚੀਜ਼ ਦਿਓ ਮਨ ਵੀ ਰੱਜੇ, ਉਹ ਦਿੱਤਾ ਸੀ ਨਾਮ। ਅਸੀਂ ਵੀ ਇਹੋ ਜਿਹੀ ਦਾਤ ਮੰਗੀਏ ਜਿਹਦੇ ਨਾਲ ਮਨ ਤ੍ਰਿਪਤ ਹੋਵੇ, ਮਨ ਨੂੰ ਰੱਜ ਆਵੇ, ਮਨ ਵਜੂਦ ਵਿੱਚ, ਮਨ ਵਜਦ ਵਿੱਚ ਆਵੇ, ਮਨ ਵਿਸਮਾਦ ਵਿੱਚ ਆਵੇ, ਮਨ ਆਨੰਦ ਵਿੱਚ ਆਵੇ, ਮਨ ਖੇੜੇ ਵਿੱਚ ਆਵੇ, ਮਨ ਟਿਕਾ ਵਿੱਚ ਆਵੇ, ਸ਼ਾਂਤੀ ਵਿੱਚ ਆਵੇ। ਗੱਲ ਸਾਰੀ ਨਾਮ ਦੇ ਆਲੇ ਦੁਆਲੇ ਘੁੰਮ ਰਹੀ ਹੈ। ਨਾਮ ਦੀ ਚਰਚਾ ਹੈ ਗੁਰਬਾਣੀ ਦੇ ਵਿੱਚ। ਨਾਮ ਜਪਣ ਲਈ, ਨਾਮ ਸੁਣਨ ਲਈ, ਨਾਮ ਗਾਉਣ ਲਈ, ਨਾਮ ਧਿਆਉਣ ਲਈ ਵਾਰ-ਵਾਰ ਇਹੀ ਉਪਦੇਸ਼ ਹੈ। ਪਾਤਸ਼ਾਹ ਕਹਿੰਦੇ ਨੇ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਤੂੰ ਭਾਈ ਰੱਜ ਰੱਜ ਕੇ ਗਾ, ਸੁਣ। ਗਾਉਣ ਦਾ ਮਤਲਬ ਇਹ ਨਹੀਂ ਕਿ ਸਾਜ਼ਾਂ ਨਾਲ ਹੀ ਅਸੀਂ ਗਾਉਣਾ। ਜਦੋਂ ਅਸੀਂ ਘਰੇ ਬੈਠ ਕੇ ਆਪਣੇ ਰੰਗ ਵਿੱਚ ਬਾਣੀ ਪੜ੍ਹਦੇ ਹਾਂ, ਨਿਤਨੇਮ, ਉਹ ਵੀ ਗਾਉਣਾ ਹੈ। ਤੁਸੀਂ ਤੁਰਦੇ ਫਿਰਦੇ ਵੀ ਬਾਣੀ ਗਾ ਸਕਦੇ ਹੋ, ਪੜ੍ਹ ਸਕਦੇ। ਜਦੋਂ ਬਾਣੀ ਦਾ ਅਧਿਐਨ ਕਰ ਰਹੇ ਹੋ, ਜਪ ਰਹੇ ਹੋ, ਪੜ੍ਹ ਰਹੇ ਹੋ, ਇਹ ਗਾ ਹੀ ਰਹੇ ਹੋ ਨਾ। ਇਹਦੇ ਨਾਲ ਹੁੰਦਾ ਕੀ ਆ? ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਮਹਾਰਾਜ ਕਹਿੰਦੇ ਉੱਚੀ ਉੱਚੀ ਗਾ। ਇਹਨੂੰ ਉੱਚੀ ਉੱਚੀ ਮਤਲਬ ਤੇਰੇ ਕੰਨ ਤਾਂ ਘੱਟੋ ਘੱਟ ਸੁਣ। ਇਹ ਕੰਨ ਉਹ ਰਸਤਾ ਹੈ ਜਿੱਥੋਂ ਦੀ ਇਹ ਭਜਨ ਅੰਦਰ ਜਾਂਦਾ। ਮੂੰਹ ਰਾਹੀਂ ਭੋਜਨ ਅੰਦਰ ਜਾਂਦਾ, ਕੰਨਾਂ ਦੇ ਰਾਹੀਂ ਭਜਨ, ਅੱਖਾਂ ਦੇ ਰਾਹੀਂ ਪ੍ਰਮਾਤਮਾ ਦਾ ਨਾਮ, ਉਹਦਾ ਸਰੂਪ ਅੰਦਰ, ਉਹਦਾ ਸ਼ਬਦ ਅੰਦਰ ਜਾਂਦਾ। ਜਦੋਂ ਕੋਈ ਏਦਾਂ ਭਾਵਨਾ ਨਾਲ ਗਾਉਂਦਾ, ਉਹ ਗਾ ਗਾ ਕੇ ਦੁੱਖਾਂ ਨੂੰ ਭਜਾ ਦਿੰਦਾ ਤੇ ਸੁੱਖਾਂ ਨੂੰ ਘਰ ਵਿੱਚ ਲੈ ਜਾਂਦਾ। ਤੋ ਸਤਿਗੁਰੂ ਕਹਿ ਰਹੇ ਆ ਭਾਈ, ਪ੍ਰਮਾਤਮਾ ਜਿਹੜਾ ਹੈ ਨਾਮ ਕਾਮ, ਕਾਮ ਦਾ ਅਰਥ ਹੈ ਵਾਸ਼ਨਾਵਾਂ। ਸਾਡੀਆਂ ਵਾਸ਼ਨਾਵਾਂ ਬਹੁਤ ਨੇ। ਜਿਹੜਾ ਆ ਜਨਮ ਮਰਨ ਦਾ ਗੇੜਾ ਨਾ, ਇਹ ਵਾਸ਼ਨਾਵਾਂ ਦੇ ਅਧੀਨ ਹੀ ਹੈ। ਜਿਹਨੂੰ ਮਹਾਰਾਜ ਕਹਿੰਦੇ ਆ, ਅੰਤ ਕਾਲ ਜੋ ਮੰਦਰ ਸਿਮਰੈ, ਕਿਤੇ ਅੰਤ ਕਾਲ ਜੋ ਇਸਤਰੀ ਸਿਮਰੈ, ਅੰਤ ਕਾਲ ਜੋ ਲੜਕੈ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸੋਕੁਰ ਜੋ ਹੋਏ ਵਲ ਵਲ ਉਤਰੈ। ਅੰਤ ਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਪ੍ਰੇਤ ਜੋਨ ਹੋਏ ਵਲ ਵਲ ਉਤਰੈ। ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮਹਿਜੇ ਮਰੈ, ਸਰਪ ਜੋਨ ਹੋਏ ਵਲ ਵਲ ਉਤਰੈ। ਅੰਤ ਵੇਲੇ ਜੇ ਤੇਰੀ ਸੁਰਤੀ, ਤੇਰੀ ਵਾਸ਼ਨਾ ਮਾਇਆ ਚ ਰਹਿ ਗਈ, ਸੱਪ ਦੀ ਜੋਨ। ਜੇ ਤੇਰੀ ਵਾਸ਼ਨਾ ਬੱਚਿਆਂ ਚ ਰਹਿ ਗਈ, ਸੂਰੀ ਦੀ ਜੋਨ, ਜਿਹੜੀ 18 ਬੱਚਿਆਂ ਨੂੰ ਪਾਲਦੀ ਹੈ, ਗੰਦਗੀ ਖਾ ਰਹੀ ਹੈ। ਜੇ ਤੇਰੀ ਅੰਤ ਵੇਲੇ ਵਾਸ਼ਨਾ ਦੇ ਵਿੱਚ ਘਰ ਰਹਿ ਗਿਆ, ਫਿਰ ਪ੍ਰੇਤ ਦੀ ਜੂਨੀ। ਜੇ ਸਤਿਗੁਰੂ ਕਹਿੰਦੇ ਅੰਤ ਕਾਲ ਜੇ ਨਾਰਾਇਣ ਸਿਮਰੈ, ਜੇ ਅੰਤ ਵੇਲੇ ਰੱਬ ਯਾਦ ਆ ਗਿਆ, ਫਿਰ ਐਸੀ ਚਿੰਤਾ ਮਹਿਜੇ ਮਰੈ, ਬਦ ਪਿਤ ਲੋਚਨ ਤੀਰ ਨਰ ਮੁਕਤਾ, ਪੀਤੰਬਰ ਵਾਕੇ ਹਿਰਦੈ ਵਸੈ। ਫਿਰ ਪੀਲੇ ਕੱਪੜਿਆਂ ਵਾਲਾ ਉਹ ਭਗਵਾਨ ਤੇਰੇ ਹਿਰਦੇ ਚ ਵਸੇਗਾ। ਜਿਹਦੇ ਹਿਰਦੇ ਚ ਉਹ ਹੋਏਗਾ, ਉਹਦਾ ਆਉਣਾ ਜਾਣਾ ਵੀ ਖਤਮ ਹੋ ਜਾਏਗਾ। ਪਰਮਾਤਮਾ ਨੇ ਤੇਰੇ, ਉਸ ਨਾਮ ਨੇ ਤੇਰਾ ਆਉਣਾ ਜਾਣਾ ਖਤਮ ਕਰਨਾ ਨਹੀਂ। ਇਹ ਵਾਸ਼ਨਾਵਾਂ ਦਾ ਵਧਿਆ ਹੋਇਆ। ਵੱਤ ਆਸੂਣੀ ਬਨ ਆਇਓ ਬੰਦਾ ਦੁਨੀ ਵਿੱਚ, ਵੱਤ ਆਸੂਣੀ ਬਨ। ਆਸੂਣੀ ਮਤਲਬ ਆਸਾਵਾਂ, ਇੱਛਾਵਾਂ, ਕਾਮਨਾਵਾਂ, ਉਹਨਾਂ ਦਾ ਬੰਨਿਆ ਹੋਇਆ ਹੀ ਇਹ ਜਿਹੜੀਆਂ ਵਾਸ਼ਨਾਵਾਂ ਅੱਧ ਅਧੂਰੀਆਂ ਰਹਿ ਗਈਆਂ। ਕਿਉਂਕਿ ਸਾਰੀ ਜ਼ਿੰਦਗੀ ਕਾਮਨਾਵਾਂ ਪੂਰੀਆਂ ਕਰਦਿਆਂ ਲੰਘ ਗਈ। ਅੰਤ ਵੇਲੇ ਤੱਕ ਸਰੀਰ ਪੂਰਾ ਹੋਣ ਤੇ ਆ ਗਿਆ, ਪਰ ਵਾਸ਼ਨਾਵਾਂ ਹਲੇ ਵੀ ਉੱਥੇ ਹੀ ਨੇ। ਅੱਖਾਂ ਦੀ ਸਰੋਤ ਦੇਖਣ ਦੀ ਸ਼ਕਤੀ ਘਟ ਗਈ, ਪਰ ਅੱਖਾਂ ਨੇ ਥੋੜਾ ਕਿਹਾ, ਮਨ ਇਹ ਥੋੜਾ ਕਹਿੰਦਾ ਵੀ ਮੈਂ ਹਲੇ ਹੋਰ ਕੁਝ ਨਹੀਂ ਵੇਖਣਾ। ਮਨ ਵੇਖਣਾ ਚਾਹੁੰਦਾ, ਅੱਖਾਂ ਜਵਾਬ ਦੇ ਗਈਆਂ। ਕੰਨਾਂ ਦੀ ਸੁਣਨ ਸ਼ਕਤੀ ਘਟ ਗਈ, ਲੇਕਿਨ ਮਨ ਤਾਂ ਹਲੇ ਵੀ ਸੁਣਨਾ ਚਾਹੁੰਦਾ। ਡਾਕਟਰਾਂ ਨੇ ਸਾਰੇ ਪਦਾਰਥ ਛਕਣ ਲਈ ਬੰਦ ਕਰ ਦਿੱਤੇ, ਜ਼ਹਿਰ ਬਣ ਗਏ। ਅੱਜ ਜੋ ਬਿਮਾਰੀਆਂ ਇੰਨੀਆਂ ਲੱਗ ਗਈਆਂ, ਮਨ ਤਾਂ ਹਲੇ ਵੀ ਕਹਿੰਦਾ ਮੈਂ ਵੀ ਖਾਣਾ ਤੇ ਉਹ ਵੀ ਖਾਣਾ। ਰਸਾਂ ਕਸਾਂ ਵੱਲ ਲੱਭ, ਲੋਭ। ਲੱਭ ਕੀ ਹੁੰਦਾ? ਚਸਕੇ। ਚਸਕੇ ਤਾਂ ਹਲੇ ਵੀ ਮਨ ਵਿੱਚ ਲੱਗੇ ਹੋਏ ਆ। ਤਾਂ ਮਹਾਰਾਜ ਸਾਹਿਬ ਕਹਿੰਦੇ ਇਹ ਸਰੀਰ, ਤਾਂ ਹੀ ਤਾਂ ਬਾਬਾ ਫਰੀਦ ਸਾਹਿਬ ਨੇ ਕਿਹਾ, ਚੱਬਣ ਚੱਲਣ ਰਤਨ ਸੇ, ਸੁਣੀਅਰ ਬਹਿ ਕੇ ਦੰਦ ਨਿਕਲ ਕੇ, ਖਾਣਾ ਚਾਹੁੰਦਾ ਖਾਧਾ ਨਹੀਂ ਜਾ ਰਿਹਾ। ਸਰੀਰ ਨਟਾਲ ਹੋ ਗਿਆ, ਸਰੀਰ ਬਿਰਧ ਹੋ ਗਿਆ, ਕਮਜ਼ੋਰ ਹੋ ਗਿਆ, ਕ੍ਰਿਸ਼ ਹੋ ਗਿਆ।
पर मन नहीं हले तक रज्या। मन के अंदर कामना वासनावां उवें ही ने हले। जिथे किते दा लगदा ला लैंदा, भावें 4 दिन दवाई खानी पवे बाद। इसे करके बाबा फरीद साहब कहते मेरी मेरी धा निकली क्यों, चबन चलन रतन से, सुनियर बह गए हेड़े मोती तहा से, जानी चल गए। ये जिहड़ियां अखां कन दंद ये सारा कुछ मेरे शरीर दे मित्र सन। जदों ये मित्र मैनू पहला ही छड्ड गए, मेरा साथ, अखां भी पहला साथ छड्ड गईयां, कन भी पहला साथ छड्ड गए, दंद भी निकल गए, हथ पैर काम करनों हट गए, मेरे अंतर आत्मे दी धा निकल गई। जेड़े मित्र नाल आए बाद च आए, पहला ही छड्ड के चले गए। अंत वेले तक ये जिहड़ियां कामनावां नहीं मुकदियां, बंदा मुक जांदा है। पर यह वासनावां दा बन्निया फिर होर जिहो जिहियां वासनावां मन च हुंदियां ओह जे जामे मिली जांदे आ, ओह जे जामे मिली जांदे आ, ओह जे गां शरीर मिली जांदे आ। तो सतगुरु कहंदे आ नाम काम विहीन पेखत। वासनावां पेखत अर्थ हुंदा वेखना, जिन्हों कोई वासना पो नहीं सकदी ओहदा नां की है, परमात्मा। ये सारियां संसार नूं, संसार दे विच, दुनिया दे विच साडे विच बैठ के वो वासनावां दा आनंद माण रहा है, लेकिन आप इहदी पकड़ च नहीं है। ਉਹਨੂੰ ਮਿਲ ਗਏ ਤਾਂ ਵੀ ਕੋਈ नहीं, ना मिले ਤਾਂ ਵੀ ਕਿਸੇ ਗੱਲ ਚੋਂ ਲਿਪਤ नहीं है, ਕਿਸੇ ਗੱਲ ਦਾ ਉਹਨੂੰ ਦਾਗ नहीं, लेप शेप नहीं है, ਉਹ ਝੋਰਾ नहीं ਉਹਦੀ ਜ਼ਿੰਦਗੀ ਦੇ ਵਿੱਚ ਕਿਤੇ ਉਹ ਕੱਲ ਕਵੇ ਮੈਨੂੰ ਆਹ ਚੀਜ਼ ਚਾਹੀਦੀ ਸੀ ਮਿਲੀ ਨਹੀਂ, ਤੇ ਉਹ ਝੋਰਾ ਹੀ ਲੱਗ ਜਾਏ। ਜੋਗੀਆਂ ਵਿੱਚ ਜੋਗੀ ਬਣਿਆ ਬੈਠਾ, ਭੋਗੀਆਂ ਵਿੱਚ ਭੋਗੀ ਬਣਿਆ ਬੈਠਾ, ਕਿਤੇ ਮੱਛੀਆਂ ਬਣ ਕੇ ਸਮੁੰਦਰ ਦੇ ਆਨੰਦ ਮਾਣ ਰਿਹਾ, ਕਿਤੇ ਪੰਛੀ ਬਣ ਕੇ ਆਕਾਸ਼ ਦੀਆਂ ਉਡਾਰੀਆਂ ਭਰ ਰਿਹਾ, किते मनुखा जामे विच तरह तरह की वन सुवंता, किते दक्षिणी अफ्रीका के लोग, किते तुसीं अमेरिका के लोग, किते चाइना के लोग, जमा अलग अलग कल्चर, अलग अलग बनावटा, सारे पासे वही आप ही लग्या होया। ये सारियां मूर्तां ओदियां, सारे रूप ओदे, सारे स्वरूप ओदे, सब मैं जोत जोत है सोए। ये ना सोचना भी उन्हां विच रब दी जोत ही नहीं है। वो जे भज्जे दौड़े फिरदे आ, काम कर रहे आ, ਇਹਦਾ मतलब रब ने अपनी जोत ताकत शक्ति उन्हां अंदर भी टिकाई है, तां ही भज्जे फिरदे आ। जदों अपनी ताकत अपनी शक्ति कढ लैंदा, फिर तां बंदा तुरन जोगा हिलण जोगा रहिंदा ही नहीं। जिथे किते भी कोई चलाए मान किरिया, मान दे विच कुछ तुहानूं नजर आ रहा, सारियां विच ओह परमात्मा वस रहा, सारियां दा ओह कारज जिहड़ा है वह परमात्मा कर रहा है। महाराज साहब कहते हैं पर वड्डी गल यह है, गुरु गोबिंद सिंह साहब कहते इन्ना कुछ पैदा करने वाला सारे पासे सारियां दियां पकड़ां तो बाहर है, किसी तरह का उन्होंने लेप शेप कोई दाग नहीं है। नाम काम विहीन पेखत, परमात्मा जिहड़ा है वह भाई इन्हां सारियां तो बिना रहत है, कामनावां तो, वासनावां तो, ना उहदा कोई एक विशेष नाम है, नाम का ना उन्होंने कोई वासना है, धाम होना जाए जिसका कोई एक खास ठिकाना भी नहीं, एक उहदा कोई खास घर नहीं। वख-वख धर्मां ने अलग अलग रब दे किते ना किते होण दे, एक विशेष थां होण दे दावे कीते आ। कोई जंगलों में जाके कहता रब इत्थे रहिंदा, कोई पहाड़ों में बैठा हो कहता रब इत्थे रहिंदा, कोई तीर्थां किनारे बैठा हो कहता रब इत्थे रहिंदा। सब ने अपने अपने दावे पेश कीते आ। कोई सतवें आकाश की गल कर रहा है, कोई कहता रब दक्षिण विच है, कोई कहता पश्चिम विच है, लेकिन गुरमत ने बड़ी विशालता नाल बड़ी विलक्षण गल की, बड़ी निवेकली गल की, बड़ी नरोल सच्चाई वाली गल की कि रब तां भाई सर्व जगह व्यापक है। तू सबनी थाई जिथे होना, जिथे भी जाओगे रब तुहानूं हर जगह ही नजर आएगा, क्योंकि कुदरत है, बलिहारी कुदरत वसिया, कुदरत विच वस रहा है। जग सच्चे की है कोठड़ी, सच्चे का विच वास, जिन्ना संसार है धरती दे उपर वसिया होया, ये सारा उस परमात्मा का घर है, ते आप विच वसिया होया है। ते यही कल्ला ये मात लोक ही नहीं, पताल लोक विच, आकाश लोक विच जिन्ने भी लोक ने, जिन्ने खंड ने, जिन्ने ब्रह्मांड ने, सारियां विचों आप है। इसलिए कोई वखरा जिहड़ा टिकाणा नहीं है जिथे कोई कहे कि रब तो सिर्फ इत्थे ही रहिंदा। तो महाराज साहब कहते भाई परमात्मा सर्व जगह व्यापक है, सारियां थावां ते ही है। मूल मंत्र दे विच उस परमात्मा की सर्व व्यापकता का जिक्र महाराज साहब ने कर दिता है। गुरु गोबिंद सिंह पातशाह वार वार कह रहे हैं परमात्मा का कोई वखरा देश, कोई विशेष देश नहीं, कोई विशेष उहदा पहरावा नहीं, कोई विशेष उहदा एक वखरा नाम नहीं है। सारे नाम उहदे, सारे देश उहदे, सारे पहरावे उहदे, सारी थाई उहदी है। सगली धरती साध गई,
सारा कुछ उस परमात्मा का ही आ। ते गुर पूरा भेटियो वडभागी, मनै पिया प्रकाशा। दर्शन मतलब रब दे गुण आ जाने। हुण रब दे दर्शन की ने? मैनू पिछे जे एक ने कहा सी, कहंदे जी तुसीं वार-वार कह रहे हो रब दे दर्शन होणगे, दर्शन करन दा तां विषय ही नहीं हो। आप सहमत हो उस गल नाल? महाराज साहब भी कहंदे आ, जिवें असीं कहने आ जी कि महाराज साहब दे चरनां नाल जुड़ो। हुण गुरु रब दे तां चरण किसी ने वेखे ही नहीं। धन श्री गुरु ग्रंथ साहब महाराज दे चरण किहड़े, किस नूं असीं कहांगे कि आ चरण ने? जदों महाराज शरीर काल विच सी उदों तां समझ आया भी एक आकार है, एक शरीर है। आ महाराज साहब दे चरण ने, आ हथ कमल ने, आ नेत्र ने, आ सारा उदों समझ आउंदा। लेकिन शब्द दा की चरण होएगा? परमात्मा दे दर्शन की होणगे? गुरु दे चरण ने, गुरु दा शब्द। गुरु दे चरण ने, गुरु दा उपदेश। उपदेश मन विच वस जाना, ओदे चरण हिरदे च वस जाने, समझ लेना। जे ओदा शब्द, ओदा नाम अंदर वस गया तो समझो ओदे चरण भी अंदर वस गए। ये परमात्मा दे जिहड़े दर्शन ने, दर्शन भी इवें ने जदों रब दे गुण साडे जीवन च आ गए। रब दे गुण साडे जीवन च आ गए तो समझ लो रब दे सानू दर्शन हो गए। जदों ओदे वर्गा सुभाव हो गया, ओदे वर्गी विशालता, ओदे वर्गी दृष्टि हो गई, फिर सारे पासे रब ही रब, रब दा स्वरूप नजर आएगा। सब गोबिंद है, सब गोबिंद है, ये नजर आएगा। रजदों दे गुण आउणगे, पर ये हुंदा तां गुर पूरा भेटियो वडभागी। मन है भया प्रगासा। जदों पूरा गुरु असीं भेट लिया, गुरु पूरे दे चरनां नाल जुड़ गए, गुरु पूरे दे शब्द नाल जुड़ गए, फिर ये मन विच प्रकाश, ये मन विच फिर ये कपाट खुल जाते आ। मन की एडी विशालता, जदों वो गंढ खुलती है, सारियां परतां खुलदियां, फिर हर पासे नजर आउंदा, फिर हर पासे परमात्मा नजर आउंदा है। बाबा बुल्ले शाह ने एक बड़ी सोहनी काफी लिखी है, वेद पुराना पढ़ पढ़ थके, सिजदे करदियां घस गए मथे, ना रब तीर्थ ना रब मक्के। जेड़े कहंदे आ मां, वो कहंदे आ जिन पाया तिन नूर अनवार, इश्क दी नवीं नवीं बहार। ये परमात्मा दा पाई सारी कुदरत विच वस रहा, आ सारी नवीनता उसे दा ही रूप है, किसी विशेष वक्री थां ते नहीं। जिने पाया अंदरों पाया, बाहर कुछ नहीं, सब कुछ घर में बाहर नहीं। बाहर ढोले सो भरम भुलाही, जेड़ा बाहर इधर उधर रब लभ रहा वो किसी भरम विच है, रब तेरे अंदर है। परमात्मा के गुण तेरे अंदरों प्रगट होने, तेन अंदरों ही सारा चानन ये प्रकाश होना है, बाहरों कुछ नहीं होना। ते उस परमात्मा नूं पाउण दा तरीका जिहड़ा है, परमात्मा दा हुक्म की है, परमात्मा दे गुण की है, परमात्मा दा नाम की है, परमात्मा दा नियम, ओदी मर्यादा की है, ओदा डिसिपलिन की है, ओदा विधि विधान, ओदा सुभाव की है, ओदे कर्म करन दा तरीका की है। ये सारा कुछ धन श्री गुरु ग्रंथ साहिब पातशाह दस रहे। जिन्ने भी धार्मिक पोथियां ने, ग्रंथ ने, वख वख धर्मां दे धार्मिक ग्रंथ ने, ये सारे रब दा हुक्म समझा रहे। इउं समझ लो कि जो रब दा हुक्म, जो ने मर्यादा बनाई, हुण रब सामने नहीं, रब बोल के किवें दसे? जदों दा आकार ही कोई नहीं, सानू जो अच्छा बोल भी रहा, सानू सुनेगा किवें? आकार वाले की गल असीं सुन सकते हैं, आकार वाले ही सुन सकते हैं। परमात्मा ने अपना नियम मर्यादा जिहड़ी है वो धार्मिक ग्रंथां राही दुनिया तक भेज दी। गुरु ग्रंथ साहब पातशाह के अंदर ओदा हुक्म की है, मर्यादा। मैं पर शायद एक दो दिन पहला बेनती की सी कि रब का जिहड़ा हुक्म असीं कह रहे ना जी, सारा कुछ ओदे हुक्म विच आ। ओदा हुक्म है मर्यादा, ओदा हुक्म है नियम, ओदा हुक्म है कानून। कानून रूपी हुक्म विच है सारा कुछ। जे कोई कानून तोड़ेगा तो उन्हें सजा मिलेगी। ये तुसीं आम संसार विच भी देखदे हो, जिन्हें कानून हथ विच लिया तो उन्होंने ओदा खमियाजा भुगतना पएगा। रब दा जे असीं माड़ा जिहा रैड लाइट भी अपनी गलती नाल टप जाइए, ओदा भी सानू चलान कटाउणा पैंदा है, क्योंकि असीं कानून तोड़िया। ते कोई रब ने देखो अखां लाइयां, कोई बंदा कहे मैं सड़क ते अखां ते पट्टी बन के तुरना है, एक्सीडेंट तो होएगा। फिर वो कहे जी रब ने बड़ा माड़ा कीता, रब दे विच कोई कसूर नहीं। रब कहंदा तैनूं अखां दित्तियां, नियम ये कहंदा अखां खोल के चल, अखां खोल के चल। जे अखां बंद करके चलेगा, नियम के खिलाफ जाएगा तो तेनों सजा मिलेगी। ਇਹਦੇ ਚ रब का कोई कसूर नहीं है। अच्छा, दूसरी गल, रब का हुक्म समझाउण वास्ते, समझण वास्ते परमात्मा ने आ गुरु रूप यूनीवर्सिटियां खोल दित्तियां। ये साडे गुरमत दे कॉलेज ने, गुरु घर।
ਇਹ ਸਾਡੇ ਗੁਰਮਤਿ ਦੇ ਸਕੂਲ ਨੇ, ਜਿੱਥੇ ਬੈਠ ਕੇ ਸਾਨੂੰ ਰੱਬ ਦਾ ਹੁਕਮ ਸਮਝਾਇਆ, ਉਹਦੀ ਮਰਿਆਦਾ ਸਮਝਾਈ ਜਾਂਦੀ ਆ। ਜਿਵੇਂ ਟ੍ਰੈਫਿਕ ਵਾਲੇ ਆਪਣੇ ਇੱਕ ਵਿਸ਼ੇਸ਼ ਥਾਂ ਤੇ ਸੱਦ ਕੇ ਰੂਲ ਸਮਝਾਉਂਦੇ ਆ। ਪੁਲਿਸ ਅਫਸਰ ਕੋਈ ਨਵਾਂ ਬਣਦਾ ਹੈ, ਉਹਨੂੰ ਆਪਾਂ ਕਹਿੰਦੇ ਟ੍ਰੇਨਿੰਗ ਤੇ ਗਿਆ, ਟ੍ਰੇਨਿੰਗ ਤੇ ਕੀ ਸਿਖਾਇਆ ਜਾਂਦਾ? ਇੱਕ ਮਰਿਆਦਾ, ਇੱਕ ਨਿਯਮ, ਇੱਕ ਕਾਨੂੰਨ ਸਿਖਾਇਆ ਜਾਂਦਾ ਹੈ। ਕੋਈ ਲਾਅ ਕਰ ਰਿਹਾ ਤੇ ਆਪਾਂ ਕਹਿੰਦੇ ਲਾਅ ਕਰ ਰਿਹਾ। ਲਾਅ ਕੀ ਕਰ ਰਿਹਾ? ਲਾਅ ਵਿੱਚ ਉਹ ਕਾਨੂੰਨ ਸਿੱਖ ਰਿਹਾ, ਸਾਰਾ ਉਹ ਮਰਿਆਦਾ ਸਿੱਖ ਰਿਹਾ। ਇੱਕ IPS IAS ਬਣ ਰਿਹਾ, ਉਹ ਇੱਕ ਕਾਨੂੰਨ ਸਿੱਖ ਰਿਹਾ, ਇੱਕ ਮਰਿਆਦਾ ਸਿੱਖ ਰਿਹਾ। ਤੇ ਰੱਬ ਦੇ ਘਰ ਦੀ ਮਰਿਆਦਾ, ਰੱਬ ਦੇ ਘਰ ਦਾ ਕਾਨੂੰਨ ਕੀ ਹੈ? ਉਹ ਗੁਰੂ ਘਰ ਵਿੱਚ ਸਿੱਖਿਆ ਜਾਂਦਾ। ਇਸ ਲਈ ਉਹਦਾ ਹੁਕਮ ਇਹ ਨਹੀਂ ਹੈ ਕਿ ਉਹਨੇ ਜੋ ਕਹਿ ਦਿੱਤਾ ਉਹ ਹੋ ਗਿਆ, ਫਿਰ ਤਾਂ ਕਥਾ ਦੀ ਲੋੜ ਹੀ ਨਹੀਂ ਰਹੇਗੀ। ਫਿਰ ਜਿਹੜਾ ਚੋਰੀ ਕਰਦਾ ਉਹਨੂੰ ਕਰਨ ਦਿਓ, ਰੱਬ ਦੇ ਹੁਕਮ 'ਚ ਹੀ ਹੈ। ਕੋਈ ਕਿਸੇ ਦਾ ਕਤਲ ਕਰ ਰਿਹਾ, ਉਹਨੂੰ ਕਰਨ ਦਿਓ, ਫਿਰ ਸਜ਼ਾਵਾਂ ਕਿਉਂ? ਫਿਰ ਅਸੀਂ ਕਿਉਂ ਕਹਿੰਦੇ ਜੀ ਆਹ ਬੰਦਾ ਤਾਂ ਬਹੁਤ ਮਾੜਾ, ਆਹ ਬੰਦਾ ਬਹੁਤ ਚੰਗਾ? ਰੱਬ ਦੇ ਹੁਕਮ 'ਚ ਹੀ। ਉਹ ਤਾਂ ਰੱਬ ਦਾ ਹੁਕਮ ਇਹ ਨਹੀਂ ਹੈ। ਰੱਬ ਦਾ ਹੁਕਮ ਹੈ ਮਰਿਆਦਾ, ਇੱਕ ਨਿਯਮ, ਇੱਕ ਕਾਨੂੰਨ ਹੈ। ਕਾਨੂੰਨ ਵਿੱਚ ਕੋਈ ਚੱਲੇਗਾ ਉਹਨੂੰ ਇੱਥੇ ਵੀ ਸੁੱਖ, ਅੱਗੇ ਵੀ ਸੁੱਖ। ਜਿਹੜਾ ਕਾਨੂੰਨ ਤੋੜੇਗਾ ਉਹਨੂੰ ਇੱਥੇ ਵੀ ਸਜ਼ਾ, ਉਹਨੂੰ ਅੱਗੇ ਵੀ ਸਜ਼ਾ। ਉਹਦੇ ਹੁਕਮ ਵਿੱਚ ਐਸਾ ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁਖ ਪਾਈ ਹੈ। ਹੁਕਮ ਉਹਦੀ ਮਰਿਆਦਾ ਵਿੱਚ ਚੱਲਣ ਵਾਲੇ ਉੱਤਮ ਹੈ, ਜਿਹੜੇ ਮਰਿਆਦਾ 'ਚ ਨਹੀਂ ਚੱਲਦੇ ਉਹ ਨੀਚ ਨੇ। ਕੋਈ ਸਾਡੇ ਵਰਗੇ ਉੱਤਮ ਨੀਚ ਨਹੀਂ ਕਿ ਜੀ ਆ ਫਲਾਨੀ ਜਾਤ ਦਾ ਉੱਚਾ, ਆ ਫਲਾਨੀ ਜਾਤ ਦਾ ਇਹ ਨੀਵਾਂ। ਇਹ ਉੱਤਮ ਨੀਚ ਨਹੀਂ। ਜਿਨ੍ਹਾਂ ਨੇ ਉਹਦੀ ਮਰਿਆਦਾ ਮੰਨ ਲਈ, ਹੁਕਮ ਮੰਨ ਲਿਆ, ਨਿਯਮ 'ਚ ਆ ਗਏ, ਉਹ ਉੱਤਮ ਨੇ। ਜਿਨ੍ਹਾਂ ਨੇ ਹੁਕਮ ਤੋੜਿਆ ਉਹ ਨੀਵੇਂ ਹੋ ਗਏ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਅਸੀਂ ਆਪਣੀ ਮਰਿਆਦਾ ਵਿੱਚ ਚੱਲ ਕੇ, ਜਿਵੇਂ ਬਾਹਰਲੇ ਦੇਸ਼ਾਂ ਵਿੱਚ ਕੀ ਹੈ, ਜਦੋਂ ਕੋਈ ਗੱਡੀ ਚਲਾਉਂਦਾ ਗਲਤੀ ਕਰੇ ਨਾ, ਉਹਦੇ ਲਾਇਸੈਂਸ ਦੇ ਨੰਬਰ ਕੱਟੇ ਜਾਂਦੇ, ਲਿਖਿਆ ਜਾਂਦਾ ਵੀ ਇਹਨੇ ਆਹ ਗਲਤੀ ਕੀਤੀ, ਉਹ ਜ਼ਿਆਦਾ ਹੋ ਜਾਣ ਫਿਰ ਉਹ ਰੱਦ ਕਰ ਦਿੰਦੇ ਆ। ਸਾਡੇ ਇੱਥੇ ਕਾਨੂੰਨ ਦਫ਼ਤਰਾਂ ਦੇ ਵਿੱਚ ਕੀ ਹੁੰਦਾ, ਜਦੋਂ ਕੋਈ ਗਲਤੀ, ਕੋਈ ਆਬਜੈਕਸ਼ਨ ਹੋਵੇ, ਉਹ ਲਿਖਿਆ ਜਾਂਦਾ। ਕੋਈ ਕਿਸੇ ਡਿਪਾਰਟਮੈਂਟ ਵਿੱਚ ਗਲਤੀ ਕਰਦਾ, ਉਹਨੂੰ ਵਾਰਨਿੰਗ ਦਿੱਤੀ ਜਾਂਦੀ ਆ, ਉਹਦੀ ਗਲਤੀ ਨੋਟ ਕੀਤੀ ਜਾਂਦੀ ਹੈ, ਲਿਖਿਆ ਜਾਂਦਾ। ਜਿਹੋ ਜਿਹਾ ਕਰਮ ਕਰ ਰਿਹਾ ਉਹ ਕਾਨੂੰਨ ਵਿੱਚ ਹੈ, ਉਹਦਾ ਉਹ ਚੰਗਾ ਲਿਖਿਆ ਜਾਣਾ। ਕਾਨੂੰਨ ਤੋੜ ਰਿਹਾ ਤੇ ਉਹ ਵੀ ਲਿਖਿਆ ਜਾਣਾ। ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਪਰਮਾਤਮਾ ਨੇ ਸਾਨੂੰ ਮਤ ਬੁੱਧ ਦਿੱਤੀ। ਜਦੋਂ ਅਸੀਂ ਮਤ ਬੁੱਧ ਹੁੰਦਿਆਂ ਹੋਇਆਂ ਵੀ ਕਿਤੇ ਰੱਬ ਦਾ ਕਾਨੂੰਨ ਤੋੜਦੇ ਆ, ਕਾਨੂੰਨ ਨੂੰ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਆ, ਫਿਰ ਇਹ ਅਸੀਂ ਆਪਣੀ ਮਤ ਮੁਤਾਬਕ ਆਪਣੇ ਜਿਹੜੇ ਦੁੱਖ ਤੇ ਸੁੱਖ ਆਪ ਹੀ ਲਿਖੀ ਜਾ ਰਹੇ ਹਾਂ। ਚੰਗਾ ਲਿਖਦਿਆਂ ਚੰਗਾ ਮਿਲ ਜਾਂਦਾ, ਮਾੜਾ ਕਰਦਿਆਂ ਤਾਂ ਮਾੜਾ ਮਿਲ ਜਾਂਦਾ। ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਨਿਯਮ ਮੁਤਾਬਕ ਜਿਹੜੇ ਚੰਗੇ ਮਾੜੇ ਕਰਮ ਕੀਤੇ, ਉਹਦੇ ਮੁਤਾਬਕ ਦੁੱਖ ਸੁੱਖ ਮਿਲਦੇ ਆ। ਮਹਾਰਾਜ ਕਹਿੰਦੇ ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਸਾਰੇ ਉਹਦੇ ਕਾਨੂੰਨ ਉਹਦੇ ਮਰਿਆਦਾ ਵਿੱਚ ਨੇ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਉਹਦੇ ਕਾਨੂੰਨ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਕੋਈ ਬੰਦਾ ਸਰਕਾਰ ਦੇ ਹੁਕਮ ਤੋਂ ਬਾਹਰ ਜਾਵੇ, ਕੀ ਹੁੰਦਾ? ਦੇਸ਼ ਧਰੋਹ ਦੇ ਮੁਕੱਦਮੇ, ਬਾਗੀਆਂ ਦੇ ਮੁਕੱਦਮੇ, ਕਿਹੋ ਜਿਹੇ, ਕਿੰਨੇ ਖਤਰਨਾਕ ਉਹਦੇ ਤੇ ਜਿਹੜੇ ਐਕਟਾਂ ਦੇ ਅਧੀਨ ਪਰਚੇ ਦਰਜ ਹੋ ਜਾਂਦੇ ਆ। ਕਿਉਂ? ਸਰਕਾਰ ਦੇ ਹੁਕਮ ਤੋਂ ਬਾਹਰ ਜਾ ਰਿਹਾ। ਸਰਕਾਰ ਨੇ ਜਿਹੜਾ ਇੱਕ ਨਿਯਮ ਬਣਾਇਆ, ਉਹ ਨਿਯਮ ਤੋਂ ਤੋੜ ਰਿਹਾ, ਇੱਕ ਮਰਿਆਦਾ ਨੂੰ ਤੋੜ ਰਿਹਾ। ਜਦੋਂ ਕੋਈ ਨਿਯਮ ਮਰਿਆਦਾ ਤੋੜਦਾ, ਉਹਨੂੰ ਸਰਕਾਰ ਸਜ਼ਾ ਦਿੰਦੀ ਹੈ। ਜਦੋਂ ਕੋਈ ਰੱਬ ਦੇ ਨਿਯਮ ਨੂੰ ਤੋੜਦਾ, ਫਿਰ ਉਹਨੂੰ ਆਉਣ ਜਾਣ ਦੇ ਚੱਕਰਾਂ 'ਚ ਭਟਕਣਾ ਪੈਂਦਾ। ਮਹਾਰਾਜ ਸਾਹਿਬ ਕਹਿੰਦੇ ਆ, ਪਰਮਾਤਮਾ ਪਾਈ ਹੁਕਮ ਲਿਖ ਦੁੱਖ ਸੁੱਖ ਪਾਈ ਹੈ। ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਠੀਕ ਆ, ਸਰਕਾਰਾਂ ਬਣਦੀਆਂ ਤੇ ਚੱਲਦੀਆਂ ਨੇ, ਉਹਨਾਂ ਦਾ ਕੋਈ CM ਹੈ, ਕੋਈ PM ਹੈ, ਪਰ ਜਿਹੜੇ CM PM ਨੇ ਰੱਬ ਦੀ ਮਰਿਆਦਾ ਵਿੱਚ ਉਹ ਵੀ ਚੱਲਦੇ। ਦੇਸ਼ਾਂ ਦੇ ਹੁਕਮ ਕਰਨ ਵਾਲੇ, ਉਹ ਵੱਡੇ ਦੇਸ਼ਾਂ ਦੇ ਮਾਲਕ ਦੇ ਹੁਕਮ ਵਿੱਚ ਉਹ ਵੀ ਨੇ। ਉਹ ਆਪਣੇ ਬਣਾਏ ਕਾਨੂੰਨ ਤੋੜ ਸਕਦੇ ਆ, ਲੇਕਿਨ ਰੱਬ ਦਾ ਕਾਨੂੰਨ ਉਹ ਵੀ ਨਹੀਂ ਤੋੜ ਸਕਦੇ। ਜਿਹਨੇ ਤੋੜਿਆ, ਹਿਟਲਰ ਵਰਗਿਆਂ ਨੇ, ਕੀ ਹਸ਼ਰ ਹੋਇਆ ਉਹਨਾਂ ਦਾ? ਔਰੰਗਜ਼ੇਬ ਵਰਗਿਆਂ ਨੇ ਰੱਬ ਦੇ ਕਾਨੂੰਨ ਤੋੜਨ ਦਾ ਯਤਨ ਕੀਤਾ, ਕੀ ਹਸ਼ਰ ਹੋਇਆ? ਐਵੇਂ ਹੀ ਹੋਏਗਾ। ਹੁਕਮ ਹੈ ਅੰਦਰ ਸਭ ਤੋਂ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮ ਹੈ ਜੇ ਬੁੱਝੈ। ਹੁਣ ਇੱਥੇ ਬੁੱਝਣ ਦੀ ਗੱਲ ਕੀ ਹੈ? ਗਿਆਨਵਾਨ ਹੋਣਾ। ਜਿਹਨੂੰ ਇਹ ਗੱਲ ਦੀ ਸਮਝ ਆ ਗਈ, ਸੋਝੀ ਆ ਗਈ, ਬੁੱਝ ਲਿਆ, ਗਿਆਨ ਹੋ ਗਿਆ ਕਿ ਸਾਰਾ ਰੱਬ ਦੇ ਨਿਯਮ ਵਿੱਚ, ਮਰਿਆਦਾ ਵਿੱਚ ਚੱਲ ਰਿਹਾ ਹੈ। ਫਿਰ ਉਹ ਕਹਿੰਦੇ ਆ ਹਉਮੈ ਕਹੇ ਨਾ ਕੋਏ। ਫਿਰ ਉਹ ਹੰਕਾਰ ਨਹੀਂ ਕਰਦਾ ਵੀ ਮੈਂ ਕਰ ਰਿਹਾ। ਉਹਨੂੰ ਸਮਝ ਆ ਗਈ ਕਿ ਸਾਰਾ ਕੁਝ ਰੱਬ ਦੇ ਨਿਯਮ, ਉਹਦੀ ਮਰਿਆਦਾ ਵਿੱਚ ਹੋ ਰਿਹਾ। ਜੋ ਹੋ ਰਿਹਾ ਉਹਦੇ ਹੁਕਮ, ਉਹਦੀ ਮਰਿਆਦਾ ਵਿੱਚ ਹੀ ਹੋ ਰਿਹਾ। ਇਹ ਕਰਮਾਂ ਦੇ ਆਧਾਰ ਤੇ ਹੋ ਰਿਹਾ। ਅਸੀਂ ਕੁਝ ਛੇੜਛਾੜ ਨਹੀਂ ਕਰ ਸਕਦੇ।
ਜੇ ਅਸੀਂ ਸਤਸੰਗ ਵਿੱਚ ਬੈਠੇ ਹਾਂ ਤੇ ਇਹ ਬੈਠਣਾ ਹੀ ਸੀ, ਕਿਉਂਕਿ ਉਹਨੇ ਇੱਕ ਕੋਈ ਨਿਯਮ, ਇੱਕ ਮਰਿਆਦਾ, ਇੱਕ ਸਾਡੇ ਕਰਮ ਉਹ ਜੇ ਕਿਤੇ ਕੀਤੇ ਹੋਣਗੇ ਜਿਹੜੇ ਸਾਹਮਣੇ ਆ ਗਏ, ਸਤਸੰਗ ਵਿੱਚ ਆ ਗਏ। ਇਹ ਬੜਾ ਡੀਪ ਮੈਟਰ ਹੈ, ਜਿਹਨੂੰ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਬੜੇ ਸੌਖੇ ਸ਼ਬਦਾਂ ਵਿੱਚ ਸਾਡੇ ਸਾਹਮਣੇ ਰੱਖ ਦਿੱਤਾ, ਸਾਨੂੰ ਸਮਝਾ ਦਿੱਤਾ ਕਿ ਭਾਈ ਰੱਬ ਦਾ ਹੁਕਮ, ਉਹਦੀ ਨਿਯਮ, ਉਹਦੇ ਮਰਿਆਦਾ ਹੈ। ਮਰਿਆਦਾ ਤੋੜੋਗੇ ਸਜ਼ਾਵਾਂ ਨੇ, ਨਿਯਮ ਤੋੜੋਗੇ ਸਜ਼ਾਵਾਂ ਨੇ, ਨਿਯਮ ਵਿੱਚ ਚੱਲੋਗੇ ਸਤਕਾਰੇ ਜਾਓਗੇ। ਜਿਹੜੇ ਨਿਯਮ ਮਰਿਆਦਾ ਦੀ ਪਾਲਣਾ ਕਰਦੇ ਆ ਉਹਨਾਂ ਨੂੰ ਚੰਗੇ 골ਡ ਮੈਡਲਾਂ ਨਾਲ ਨਵਾਜਿਆ ਜਾਂਦਾ। ਜਿਹੜਾ ਰੱਬ ਦੀ ਨਿਯਮ ਮਰਿਆਦਾ ਚੱਲਦਾ ਉਹਨਾਂ ਨੂੰ ਸੰਤ, ਉਹਨਾਂ ਨੂੰ ਗੁਰਮੁਖ, ਉਹਨਾਂ ਨੂੰ ਬ੍ਰਹਮ ਗਿਆਨੀ, ਉਹਨਾਂ ਨੂੰ ਭਗਤ, ਉਹਨਾਂ ਨੂੰ ਬਹੁਤ ਉੱਚੇ ਇਹੋ ਜਿਹੇ ਸਤਿਕਾਰਤ ਨਾਵਾਂ ਦੇ ਨਾਲ ਨਵਾਜਿਆ ਜਾਂਦਾ। ਖੈਰ ਮੈਂ ਆਪਣੀ ਗੱਲ ਤੇ ਆਵਾਂ। परमात्मा ਜਿਹੜਾ ਹੈ ਭਾਈ ਉਹ ਸਰਬ ਮਾਨ, ਨਾਮ ਕਾਮ ਵਿਹੀਨ ਪੇਖਤ ਧਾਮ ਹੂ ਨਾ ਜਾਹੇ, ਸਰਬ ਮਾਨ ਸਰਬਤਰ ਮਾਨ ਸदैव ਮਾਨ ਤਤਾਹੇ। ਜਿਹੜਾ परमात्मा ਸਰਬਤਰ ਹਰ ਥਾਂ ਤੇ ਸदैव ਸਦਾ ਹੀ ਮਾਨਤ ਮੰਨਦੇ ਨੇ, ਤਾਹੇ ਤਿਸ ਅੱਗੇ ਵਾਹਿਗੁਰੂ ਨੂੰ ਸਾਰੇ ਮੰਨਦੇ ਨੇ, ਹਰ ਥਾਂ ਤੇ ਮੰਨਦੇ ਨੇ ਔਰ ਸਦਾ ਹੀ ਮੰਨਦੇ ਨੇ। ਕੋਈ 1-2 ਦਿਨ ਲਈ ਨਹੀਂ ਮੰਨਦਾ, ਕੋਈ 2-4-6 ਮਹੀਨਿਆਂ, ਕੋਈ 5 ਸਾਲ ਲਈ ਨਹੀਂ, ਸਦਾ ਹੀ। ਜਿਹੜੇ ਮੰਨ ਰਹੇ ਆ ਉਹ ਸਦਾ ਤੋਂ ਮੰਨ ਰਹੇ ਆ, ਸਦਾ ਮੰਨਦੇ ਆ ਤੇ ਮੰਨਦੇ ਰਹਿਣਗੇ, ਕਿਉਂਕਿ ਉਹ परमात्मा ਐਡਾ ਬੇਅੰਤ ਹੈ। ਏਕ ਮੂਰਤ ਅਨੇਕ ਦਰਸ਼ਨ, ਕੀਨ ਰੂਪ ਅਨੇਕ। ਵਾਹਿਗੁਰੂ ਇੱਕ ਹੀ ਹੈ, ਇੱਕ ਸਰੂਪ ਹੈ, ਪਰ ਉਹਦਾ ਸਰੂਪ ਜੇ ਵੇਖਣਾ ਚਾਹੁੰਦਾ ਹੈ ਤਾਂ ਆ ਸਾਰਾ ਸੰਸਾਰ ਉਹਦਾ ਸਰੂਪ ਹੈ, ਸਾਰਾ ਸੰਸਾਰ ਉਹਦਾ ਸਰੂਪ ਹੈ। ਫਿਰ ਉਹ ਸਾਰਿਆਂ ਵਿੱਚ ਫਿਰ ਇੱਕ ਹੈ। एक तो अनेक है, अनेक तो फिर एक है, अनेक है फिर एक है। पिछे बचन आए सी जाप साहब विच, आप ही वो विशाल हो जाता। जिवें मैं जब उद करख करा करतारा, प्रजा धरत तब दे अपारा। जब आ करख करत हो कबू, उद करख की है, एक तो अनेक का की है। तुसीं गड्डी च बैठे हो, जो लाइट लाओगे गड्डी दी वो उद करख है, प्रकाश हो गया, दूर तक सारा कुछ नजर आ गया। ਤੇ ਜਦੋਂ ਲਾਈਟ ਬੰਦ ਕਰੋਗੇ ਕੁਝ ਵੀ ਨਜ਼ਰ ਨਹੀਂ ਆਉਣਾ। ਉਹ ਅਕਰਖ ਹੈ। परमात्मा ਜਦੋਂ ਉਹ ਆਪਣੀ ਇੱਕ ਬਚਨ ਕਰਦਾ ਉਦ ਕਰਖ ਸਾਰਾ ਬ੍ਰਹਿਮੰਡ ਬਣ ਜਾਂਦਾ ਹੈ। ਜਦੋਂ ਉਹ ਅਕਰਖ ਆਪਣਾ ਬਚਨ ਪਿੱਛੇ ਖਿੱਚਦਾ ਇਹ ਪਰਲੋਂ ਆ ਜਾਂਦੀ ਹੈ, ਫਿਰ ਉਹ ਇੱਕ ਹੀ ਰਹਿ ਜਾਂਦਾ। ਸਾਰਾ ਕੁਝ ਇੱਕ ਬਚਨ ਨਾਲ ਬਣਦਾ ਤੇ ਇੱਕ ਬਚਨ ਨਾਲ ਸਿਮਟ ਜਾਂਦਾ ਹੈ। ਤੁਮਾਰੇ ਕਹਿੰਦੇ ਹਰ ਇੱਕ ਦੇ ਅੰਦਰ ਉਸ ਕਰਤੇ ਦੀ ਜੋਤ ਹੈ। अपने कई स्वरूप उन्हें बनाए हुए ने, एक रूप तो अनेक स्वरूप ने। सहस तब नैन नन नैन है तोहे कहो, सहस मूर्त नना एक तो ही। सहस पद बिमल नन एक पद गंध बिन, सहस तब गंध एव चलत मोई। सब में जोत जोत है सोए, तिस दै चानन सब में चानन होए। किड्डी विशालता वाली गल, यह गल किसी होर ने नहीं की, गुरु नानक साहब कर रहे। महाराज कहते मैं डंके की चोट ते कह रहा, सारे संसार नूं कह रहा, मैं किसी एक विशेष धर्म लई नहीं, सारे संसार नूं, सारे धर्मां दे लोगां नूं दसना चाहुंदा। धर्मां दे नां ते वितकरे ना खड़े करो, धर्मां दे नां ते वंडियां ना पाओ, धर्मां दे नां ते लोकां नूं ना लड़ाओ। सारे धर्मां वालियां दे अंदरों रब आप बैठा, जिहड़ा इक्को ही है, जिहदी अपनी जात गोत कोई नहीं है, जिहदा अपना खानदान कोई नहीं है, जिहदा कोई किसी तरह का गोत भी नहीं है, ਜਿਹੜਾ ਕੋਈ ਵੱਡੇ ਛੋਟੇ ਦੀ ਗੱਲ ਹੀ ਨਹੀਂ ਕਰਦਾ, ਤਾਂ ਵੱਡੇ ਛੋਟੇ ਵਿਤਕਰੇ ਮੁਕਾਉਂਦਾ ਹੈ। ਚੰਗੇ ਮਾੜੇ ਦੀ ਗੱਲ ਨਹੀਂ ਕਰਦਾ, ਉਹ ਸਾਰੀਆਂ ਚੀਜ਼ਾਂ ਖਤਮ ਕਰਦਾ ਹੈ। ਚੰਗਾ ਮਾੜਾ ਵੱਡਾ ਛੋਟਾ ਉਹਦੇ ਹੁਕਮ ਵਿੱਚ ਜਿਹੜਾ ਚੱਲੇਗਾ ਉਹ ਵੱਡਾ ਵੀ ਹੈ, ਉੱਤਮ ਵੀ ਹੈ, ਚੰਗਾ ਵੀ ਹੈ। ਜਿਹੜਾ ਉਹਦੀ ਮਰਿਆਦਾ ਤੋੜੇਗਾ ਉਹ ਛੋਟਾ ਵੀ ਹੈ, ਉਹ ਨੀਚ ਵੀ ਹੈ। ਜਿਹੜਾ ਉਹ ਤੋਂ ਦੂਰ ਜਾਏਗਾ ਖਸਮ ਵਿਸਾਰੈ ਤੇ ਕਮ ਜਾਤ, ਉਹ ਨੀਵੀਂ ਜਾਤ ਵਾਲਾ ਜਿਹਨੇ ਉਹਦੇ ਨਾਲ ਰਿਸ਼ਤਾ ਤੋੜ ਲਿਆ, ਜਿਹਨੇ ਉਹਨੂੰ ਭੁਲਾ ਦਿੱਤਾ, ਉਹ ਅਸਲ ਨੀਵੀਂ ਜਾਤ ਵਾਲਾ। ਇੱਥੇ ਅਸੀਂ ਬੰਦਿਆਂ ਨੂੰ ਵੱਡੇ ਛੋਟੇ ਬਣਾ ਕੇ ਇੰਨੀਆਂ ਵੰਡੀਆਂ ਪਾ ਦਿੱਤੀਆਂ, ਜਦ ਕਿ ਇੱਕ ਪਿਤਾ ਇੱਕ ਸਿਆਮ ਬਾਰਕ। ਸਾਡਾ ਮਾਂ-ਬਾਪ ਇੱਕੋ ਹੀ ਹੈ। ਇੱਕ ਮਾਂ-ਬਾਪ ਦੇ ਬੱਚੇ ਵੱਖ-ਵੱਖ ਜਾਤਾਂ ਦੇ ਕਿਵੇਂ ਹੋ ਸਕਦੇ? ਇੱਕ ਮਾਂ-ਬਾਪ ਦੇ ਬੱਚੇ ਵੱਖ-ਵੱਖ ਉਹਨਾਂ ਦੇ ਗੋਤ ਕਿਵੇਂ ਹੋ ਸਕਦੇ ਆ? ਪਰ ਇੱਥੇ ਹੋ ਗਏ। ਇਹ ਸੰਸਾਰ, ਇੱਥੇ ਕੁਝ ਵੀ ਹੁੰਦਾ ਤਾਂ ਮਾਰੇ ਕਹਿੰਦੇ ਆ परमात्मा ਸਾਰੀਆਂ ਮੂਰਤਾਂ ਉਸੇ ਦੀਆਂ, ਸਭ ਮੈਂ ਜੋਤ ਜੋਤ ਹੈ सोए। ਫਿਰ ਅਗਲਾ ਬਚਨ ਬੜੇ ਕਮਾਲ ਦਾ ਹੈ, खेल खेल अखेल खेलन अंत को फिर एक। आ बड़े कमाल का बचन गुरु गोबिंद सिंह साहब ने कहा। खेल का अर्थ है खेड, अखेल का अर्थ है खेल का नाश, खेलन का अर्थ है खेडते हैं। वाहिगुरु आप ही अनेकां रंगां विच खेड रहा। तू आपे माछी मछली, तू आपे पानी जाल, देखो आउदे ही रंग ने ना सारे। कदे वो किस रूप में खेड रहा, कदे किस रूप में खेड रहा है। परमात्मा जगत की रचना करके खेड खेड के फिर संसार विच परलों की खेड खेडदा। पहला उत्पत्ति की खेड खेडदा है,
ਫਿਰ ਪਰਲੋਂ ਦੀ ਖੇਡ ਖੇਡਦਾ ਹੈ। ਜਦੋਂ ਉਹ ਖੇਡ ਖੇਡਦਾ ਫਿਰ ਸਾਰਾ ਕੁਝ ਸਿਮਟ ਜਾਂਦਾ। ਜਿਹਨੂੰ ਮਹਾਰਾਜ ਨੇ ਕਿਹਾ ਆਵਨ ਜਾਨ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਜਗ ਤੇ ਤਮਾਸ਼ਾ ਹੈ। ਇਹ ਖੇਡ ਖੇਡਦਿਆਂ ਫਿਰ ਇਸ ਤਮਾਸ਼ੇ ਨੂੰ ਉਹ ਇਕੱਠਾ ਕਰ ਦਿੰਦਾ। ਜਿਵੇਂ ਇੱਕ ਬਾਜੀਗਰ ਇੱਕ ਬਾਜੀ ਪਾਈ, ਸਭ ਖਲਕ ਤਮਾਸ਼ਾ ਆਈ। ਬਾਜੀਗਰ ਸਵਾਂਗ ਸਕੇਲਾ, ਆਪਣੇ ਰੰਗ ਰਵੈ ਅਕੇਲਾ। ਬਾਜੀਗਰ ਆਇਆ, ਉਹਨੇ ਐਡਾ ਵੱਡਾ ਤਾਮਝਾਮ ਲਾਇਆ, ਐਡਾ ਪਸਾਰਾ ਲੋਕਾਂ ਦਾ ਮਨੋਰੰਜਨ ਕੀਤਾ, ਤੇ ਤੁਹਾਡੀਆਂ ਅੱਖਾਂ ਸਾਹਮਣੇ ਸਾਰਾ ਕੁਝ ਸਮੇਟ ਕੇ ਚਲਿਆ ਗਿਆ। ਫਿਰ ਉਹ ਇਕੱਲਾ ਹੀ ਰਹਿ ਜਾਂਦਾ। ਰੱਬ ਬਾਜੀਗਰ ਦੀ ਤਰ੍ਹਾਂ ਆ ਸਾਰਾ ਸੰਸਾਰ ਤਮਾਸ਼ਾ ਉਹਨੇ ਖੇਡਿਆ, ਇੱਕ ਵੱਡੀ ਖੇਡ ਖੇਡੀ ਹੈ, ਤੇ ਜਦੋਂ ਉਹਦਾ ਮਨ ਕਰਦਾ ਸਾਰੇ ਨੂੰ ਸਮੇਟ ਲੈਂਦਾ। ਖੇਲ ਖੇਲ ਅਖੇਲ ਖੇਲਣ ਤੋਂ ਫਿਰ ਕੀ ਹੁੰਦਾ? ਮਹਾਰਾਜ ਸਾਹਿਬ ਕਹਿੰਦੇ ਆ, ਰਹਿਰਾ ਸਾਹਿਬ ਵਿੱਚ ਅਸੀਂ ਪੜ ਰਹੇ ਹਾਂ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਜੋ ਤੂੰ ਭਾਵੇਂ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ। ਇਹਦੇ ਵਿੱਚ ਹੀ ਮਹਾਰਾਜ ਨੇ ਕਿਹਾ ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਇਹ ਸਾਰਾ ਉਹਦਾ ਖੇਲ ਹੈ। ਗੁਰੂ ਨਾਨਕ ਸਾਹਿਬ ਨੇ ਕਹਾ ਜਗ ਸੁਪਨਾ ਬਾਜੀ ਬਣੀ, ਖਿਨ ਮੈਂ ਖੇਲ ਖਿਲਾਏ। ਸੰਸਾਰ ਇੱਕ ਸੁਪਨਾ, ਇੱਕ ਬਾਜੀਗਰ ਦੀ ਬਾਜੀ ਹੈ, ਤੇ ਇਸ ਜਗ ਤੇ ਇੱਕ ਖੇਡ ਬਣੀ ਹੋਈ ਹੈ। ਜੀਵ ਖਿਨ ਵਿੱਚ ਜ਼ਿੰਦਗੀ ਦੀ ਖੇਡ ਖੇਡ ਕੇ ਇਥੋਂ ਚਲਿਆ ਜਾਂਦਾ। ਸੰਜੋਗੀ ਮਿਲ ਏਕ ਸੇ ਵਿਜੋਗੀ ਉੱਠ ਜਾਏ, ਸੰਜੋਗ ਬਣਿਆ ਆ ਗਏ, ਵਿਜੋਗ ਬਣਿਆ ਚਲੇ ਗਏ। ਸੰਜੋਗ ਮਿਲਾਪ ਹੈ, ਵਿਜੋਗ ਵਿਛੋੜਾ ਹੈ। ਪ੍ਰਭੂ ਦੀ ਸੰਜੋਗ ਸਤਿਆ ਨਾਲ ਮਿਲ ਕੇ ਪ੍ਰਾਣੀ ਇਕੱਠੇ ਹੁੰਦੇ ਨੇ। ਇੱਕ ਪਰਿਵਾਰ ਵਿੱਚ ਜੇ ਅੱਜ 5-7 ਜੀ ਨੇ, 4-5 ਭੈਣ ਭਰਾ ਨੇ, ਇਹ ਉਹਦਾ ਸੰਜੋਗ ਹੈ। ਪਤਾ ਨਹੀਂ ਕਿੱਥੋਂ ਕਿੱਥੋਂ ਨੇ ਇਕੱਠੇ ਕਰਕੇ ਇੱਕ ਘਰ ਵਿੱਚ ਪੈਦਾ ਕੀਤਾ, ਇੱਕ ਇੱਕ ਕਰਕੇ ਸਾਰਿਆਂ ਨੂੰ ਫਿਰ ਲੈ ਗਿਆ। ਇੱਕ ਇੱਕ ਕਰਕੇ ਸਾਰਿਆਂ ਨੂੰ ਫਿਰ ਆਪਣੇ ਕੋਲ ਹੀ ਲੈ ਗਿਆ। ਕਿੱਥੋਂ ਕਿੱਥੋਂ ਇਕੱਠੇ ਕਰਕੇ ਉਹਨੇ ਭੇਜੇ, ਇਹ ਪਰਮਾਤਮਾ ਹੀ ਜਾਣਦਾ ਹੈ। ਵਿਜੋਗ ਸਤਿਆ ਕਰਕੇ ਜੀਵ ਇੱਥੋਂ ਚਲੇ ਜਾਂਦੇ ਨੇ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਤਿੰਨ ਕਰਤੈ ਇੱਕ ਖੇਲ ਰਚਾਇਆ। ਉਸ ਕਰਤਾਰ ਨੇ ਜਗਤ ਇੱਕ ਤਮਾਸ਼ਾ ਰਚਿਆ, ਕਾਇਆ ਸਰੀਰਾਂ ਵਿੱਚ ਸਭ ਕੁਝ ਪਾਇਆ। ਆ ਸਰੀਰ ਦੇ ਵਿੱਚ ਹੀ ਸਾਰਾ ਕੁਝ ਪਾ ਦਿੱਤਾ। ਵਾਹਿਗੁਰੂ ਨੇ ਮਨੁੱਖਾ ਸਰੀਰ ਵਿੱਚ ਹਰ ਗੁਣ ਰੱਖ ਦਿੱਤਾ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਜਿਹੜਾ ਕੋਈ ਸ਼ਬਦ ਰਾਹੀਂ ਆਪਣੇ ਆਪ ਦੀ ਖੋਜ ਕਰ ਲੈਂਦਾ ਹੈ, ਪਰਮਾਤਮਾ ਉਹਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਟਿਕਾਈ ਰੱਖਦਾ। ਨਹੀਂ ਇਹ ਖੇਡ ਕਿਸੇ ਨੂੰ ਸਮਝ ਨਹੀਂ ਆ ਰਹੀ। ਅੰਤ ਤੋਂ ਫਿਰ ਏਕ, ਅੰਤ ਨੂੰ ਫਿਰ ਉਹ ਆਪ ਇੱਕ ਹੀ ਰਹਿ ਜਾਂਦਾ। ਅਨੇਕ ਹੈ ਫਿਰ ਏਕ ਹੈ। ਪਰਮਾਤਮਾ ਜਿਹੜਾ ਭਾਈ ਸਭ ਤੋਂ ਵੱਡੀ ਆਤਮਾ ਹੈ, ਸਭ ਤੋਂ ਵੱਡੀ ਤਾਕਤ ਹੈ, ਸ਼ਕਤੀਮਾਨ ਹੈ, ਸ੍ਰੇਸ਼ਟ ਸ਼ਕਤੀਆਂ ਦਾ ਮਾਲਕ। ਉਹ ਪਹਿਲਾਂ ਇੱਕ ਹੈ, ਫਿਰ ਅਨੇਕ ਹੈ, ਅਨੇਕ ਤੋਂ ਬਾਅਦ ਫਿਰ ਇੱਕ ਹੈ, ਔਰ ਅਨੇਕਤਾ ਵਿੱਚ ਵੀ ਉਹ ਆਪ ਇੱਕ। ਸਾਰੇ ਸਾਡੇ ਤੁਹਾਡੇ ਸਾਰਿਆਂ ਦੇ ਵਿੱਚੋਂ ਵਸਿਆ। ਬਸ ਸਾਡੇ ਜੀਵਨ ਦਾ ਮਨੋਰਥ ਹੈ, ਅਸੀਂ ਉਸ ਇੱਕ ਵਿੱਚ ਅਭੇਦ ਹੋਣਾ। ਅਸੀਂ ਉਸ ਇੱਕ ਨੂੰ ਮਿਲਣਾ, ਇੱਕ ਨੂੰ ਮਿਲਿਆ ਜਾਣਾ ਹੈ। ਗੁਰ ਪ੍ਰਸਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਰਾਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਆ, ਊਠਤ ਬੈਠਤ ਸੋਵਤ ਨਾਮ, ਔ ਨਾਨਕ ਜਨ ਕੈ ਸਦਕਮ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਇਹੋ ਉੱਠਦਿਆਂ ਬਹਿੰਦਿਆਂ ਹਰ ਨਾਮ ਤੇ ਆਵੇ, ਗੁਰ ਸਤਿਗੁਰ ਗਾਵਿਓ ਸੇਖਾ ਖਾਏ, ਸੋ ਭਲ ਕੇ ਉਠਾ ਹਰ ਨਾਮ ਤੇ ਆਵੇ। ਆ ਜਿਹੜੀ ਸਾਡੀ ਮਰਿਆਦਾ ਸਾਨੂੰ ਦੱਸ ਰਹੇ ਆ ਗੁਰੂ ਰਾਮਦਾਸ, ਜਿਹੜੇ ਬਚਨ ਵਾਰ-ਵਾਰ ਸਾਨੂੰ ਨਾਮ ਜਪਣ ਲਈ ਕਹੇ ਨੇ, ਇਸ ਨਾਮ ਨੇ ਹੀ ਤੁਹਾਨੂੰ ਉਸ ਨਾਮੀ ਉਸ ਪਰਮਾਤਮਾ ਨਾਲ ਮਿਲਾਉਣਾ। ਇਸ ਲਈ ਭਾਈ ਜਦੋਂ ਸਮਾਂ ਬਣੇ, ਜਿਸ ਵੇਲੇ ਸਮਾਂ ਮਿਲੇ, ਜਿਵੇਂ ਤੁਹਾਨੂੰ ਸੌਖਾ ਲੱਗੇ, ਬਸ ਉਹਦਾ ਨਾਮ ਜਪੋ, ਸਿਮਰਨ ਕਰੋ, ਮੈਡੀਟੇਸ਼ਨ ਕਰੋ, ਧਿਆਨ ਲਾਓ। 2 ਮਿੰਟ ਸਮਾਂ, 2 ਘੰਟੇ ਸਮਾਂ, ਜਿਵੇਂ ਤੁਹਾਨੂੰ ਠੀਕ ਲੱਗਦਾ 24 ਘੰਟਿਆਂ ਵਿੱਚ, ਲੇਕਿਨ ਜਪੋ ਜ਼ਰੂਰ, ਉਹਨੂੰ ਧਿਆਓ, ਤਾਂ ਕਿ ਜੀਵਨ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਚੋਂ ਮੇਲ। ਆਓ ਸਾਰੇ ਆਨੰਦ ਸਾਹਿਬ ਦੀ ਬਾਣੀ ਚ ਰਸਨਾ ਪਵਿੱਤਰ ਕਰੀਏ, ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਕੋਈ ਰਸਨਾ ਵਾਂਝੀ ਨਾ ਰਹੇ। ਆਨੰਦ ਸਾਹਿਬ ਰਾਮਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ